ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਸਵਾਰਿਓ, ਅੱਜ ਦੀ ਗੁਰਮਤਿ ਕਲਾਸ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ। ਅਕਾਲ ਪੁਰਖ ਜੀ ਦੀ ਅਪਾਰ ਬਖਸ਼ਿਸ਼ ਨਾਲ ਜਪ ਬਾਣੀ ਦੀ ਜੋ ਪੌੜੀ ਵਾਈਜ਼ ਸੰਖੇਪ ਵਿਚਾਰ ਹੈ, ਸਮਰੀ ਹੈ, ਉਹ ਅਸੀਂ ਵਿਚਾਰਾਂ ਕਰ ਰਹੇ ਹਾਂ। 27 ਪੌੜੀਆਂ ਤੱਕ ਅਸੀਂ ਵਿਚਾਰ ਕਰ ਚੁੱਕੇ ਹਾਂ। 28 ਪੌੜੀ ਤੋਂ ਲੈ ਕੇ ਅੱਜ 33ਵੀਂ ਪੌੜੀ ਤੱਕ ਵਿਚਾਰ ਕਰਨ ਦਾ ਖਿਆਲ ਬਣਿਆ ਹੈ। ਜਿਵੇਂ ਵੀ ਸਮਾਂ ਹੋਏਗਾ ਉਹਨੀਆਂ ਪੌੜੀਆਂ ਦੇ ਵਿਚਾਰ ਆਪ ਜੀ ਨਾਲ ਸਮਰਾਈਜ਼ ਵੀਰ ਪ੍ਰਭ ਕੀਰਤਨ ਸਿੰਘ ਜੀ ਸਾਂਝੀ ਕਰਨਗੇ। ਤਾਂ ਮੈਂ ਬੇਨਤੀ ਕਰ ਰਿਹਾ ਵੀਰ ਪ੍ਰਭ ਕੀਰਤਨ ਸਿੰਘ ਜੀ ਨੂੰ ਕਿ ਅੱਜ ਦੀ ਪੌੜੀਆਂ ਦੀਆਂ ਵਿਚਾਰ ਆਰੰਭ ਕੀਤੀ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਜਿਵੇਂ ਕਿ ਸਤਿਕਾਰਯੋਗ ਵੀਰ ਜੀ ਨੇ ਆਪ ਜੀ ਨੂੰ ਦੱਸਿਆ ਹੈ ਕਿ ਅੱਜ ਆਪਾਂ 28ਵੀਂ ਪੌੜੀ ਤੋਂ ਜੋ ਸੰਖੇਪ ਵਿਚਾਰ ਆਪਾਂ ਅਖੀਰ ਉੱਤੇ ਕਰ ਰਹੇ ਹਾਂ ਉਹ ਸ਼ੁਰੂ ਕਰਨੀ ਹੈ। ਇਹ ਜੋ ਪਹਿਲੀਆਂ 4 ਪੌੜੀਆਂ ਹਨ, ਜਿਨ੍ਹਾਂ ਵਿੱਚੋਂ ਪਹਿਲੀ ਪੌੜੀ ਆਪ ਜੀ ਦੇ ਸਾਹਮਣੇ ਹੈ, ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰੈ ਵਿਭੂਤ ਵਾਲੀ। ਇਹ 4 ਪੌੜੀਆਂ ਦੇ ਵਿੱਚ ਸਤਿਗੁਰੂ ਜੀ ਨੇ ਯੋਗ ਮਤ ਦੀ ਜੋ ਟਰਮੀਨੋਲੋਜੀ ਹੈ, ਉਹਨਾਂ ਦੇ ਸਿਧਾਂਤ ਹਨ, ਉਹਨਾਂ ਦਾ ਆਧਾਰ ਬਣਾ ਕੇ ਸਤਿਗੁਰੂ ਜੀ ਨੇ ਗੁਰਮਤਿ ਸਿਧਾਂਤ ਸਾਨੂੰ ਦੱਸੇ ਹਨ। ਤੋ ਉਪਦੇਸ਼ ਤਾਂ ਸਤਿਗੁਰੂ ਜੀ ਦਾ ਸਾਰਿਆਂ ਲਈ ਸਾਂਝਾ ਹੈ। ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ। ਤੋ ਭਾਵੇਂ ਇਹ ਗੱਲਬਾਤ ਜ਼ਰੂਰ ਹੀ ਜਿਵੇਂ ਕਿ ਜਾਪਦਾ ਹੈ ਕਿ ਇਹ ਜੋਗੀਆਂ ਦੇ ਨਾਲ ਹੀ ਗੱਲਬਾਤ ਕਰਦਿਆਂ ਇਹ ਪੌੜੀਆਂ ਉਚਾਰੀਆਂ ਗਈਆਂ ਹਨ, ਕਿਉਂਕਿ ਭਾਸ਼ਾ ਤੋਂ ਅਸੀਂ ਇਹ ਅੰਦਾਜ਼ਾ ਲਗਾਉਂਦੇ ਹਾਂ। ਪਰ ਜੋ ਉਪਦੇਸ਼ ਸਤਿਗੁਰੂ ਜੀ ਨੇ ਜੋਗੀਆਂ ਨੂੰ ਵੀ ਦਿੱਤਾ ਹੈ, ਉਹ ਉਪਦੇਸ਼ ਵੀ ਅਸਲ ਦੇ ਵਿੱਚ ਜੇ ਅੱਜ ਅਸੀਂ ਦੇਖੀਏ ਤਾਂ ਸਾਨੂੰ ਇਉਂ ਹੀ ਸਮਝ ਕੇ ਲੈਣਾ ਹੈ ਕਿ ਇਹ ਸਾਰਾ ਉਪਦੇਸ਼ ਸਾਡੇ ਲਈ ਹੈ, ਭਾਵੇਂ ਆਧਾਰ ਯੋਗ ਮਤ ਦੇ ਸਿਧਾਂਤਾਂ ਦਾ ਹੈ। ਆਮ ਤੌਰ ਤੇ ਕਹਿ ਦਿੱਤਾ ਜਾਂਦਾ ਹੈ ਕਿ ਇਹ ਪੌੜੀਆਂ ਯੋਗ ਮਤ ਦੀ ਨਿਖੇਧੀ ਦੀਆਂ ਹਨ। ਇਹਦੇ ਸਤਿਗੁਰੂ ਜੀ ਨੇ ਜਿਹੜੀ ਹੈ ਨਿਖੇਧੀ ਕੀਤੀ ਹੈ ਯੋਗ ਮਤ ਦੀ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਗੁਰੂ ਸਾਹਿਬ ਨੇ ਆਪਣੇ ਹੀ ਢੰਗ ਦੇ ਨਾਲ ਜੋਗੀਆਂ ਨੂੰ ਗੁਰਮਤਿ ਸਮਝਾਉਣ ਦਾ ਯਤਨ ਕੀਤਾ ਹੈ। ਉਹਨਾਂ ਦੇ ਜੋ ਸਿੰਬਲਸ ਹਨ, ਉਹਨਾਂ ਦੇ ਸਿਧਾਂਤ ਹਨ, ਜਾਂ ਜਿਹੜੇ ਉਹ ਕੰਮ ਕਰਦੇ ਹਨ, ਉਹਨਾਂ ਨੂੰ ਆਧਾਰ ਬਣਾ ਕੇ, ਉਹਨਾਂ ਦੇ ਜੋ ਵਿਸ਼ਵਾਸ ਹਨ, ਉਹਨਾਂ ਨੂੰ ਸਾਹਮਣੇ ਰੱਖ ਕੇ ਉਹਨਾਂ ਨੇ ਜੋਗੀਆਂ ਨੂੰ ਗੁਰਮਤਿ ਦਾ ਸਿਧਾਂਤ ਦਿੱਤਾ ਹੈ। ਤੇ ਇਸ ਤਰ੍ਹਾਂ ਇਹ ਨਰਮ ਤਰੀਕੇ ਦੇ ਨਾਲ ਨਿਖੇਧੀ ਵੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਤਾਂ ਇਹ ਉਹਨਾਂ ਦੇ ਮਤ ਦੀ ਇੱਕ ਪਿਆਰ ਦੇ ਨਾਲ ਕੀਤੀ ਹੋਈ ਨਿਖੇਧੀ ਹੈ। ਪਰ ਜੇ ਅਸੀਂ ਇਸ ਨੂੰ ਇੱਥੇ ਤੱਕ ਹੀ ਲਿਮਿਟ ਕਰ ਲਵਾਂਗੇ ਤੇ ਅਸੀਂ ਉਹਨਾਂ ਦੇ ਉਪਦੇਸ਼ ਤੋਂ ਵਾਂਝੇ ਰਹਿ ਜਾਵਾਂਗੇ। ਸੋ ਅਸੀਂ ਇਸ ਪੱਖ ਉੱਤੇ ਬਹੁਤਾ ਜ਼ੋਰ ਨਾ ਦੇ ਕੇ, ਹਾਲਾਂਕਿ ਇਹਦੀ ਗੱਲ ਤੇ ਸਾਨੂੰ ਕਰਨੀ ਹੀ ਪਵੇਗੀ, ਸਾਡਾ ਧਿਆਨ ਉਹਨਾਂ ਚੀਜ਼ਾਂ ਵੱਲ ਹੋਣਾ ਚਾਹੀਦਾ ਹੈ ਕਿ ਜੋ ਸਤਿਗੁਰੂ ਜੀ ਨੇ ਜੋਗੀਆਂ ਨੂੰ ਉਪਦੇਸ਼ ਕੀਤੇ ਤੇ ਜੋ ਸਾਂਝੇ ਸਗਲ ਜਹਾਨੇ ਹਨ ਤੇ ਜੋ ਸਾਡੇ ਲਈ ਵੀ ਹਨ, ਤੇ ਖਾਸ ਕਰਕੇ ਜਿਹੜੇ ਆਪਣੇ ਆਪ ਨੂੰ ਗੁਰੂ ਨਾਨਕ ਦੇ ਸਿੱਖ ਕਹਿੰਦੇ ਹਨ, ਉਹਨਾਂ ਦਾ ਧਿਆਨ ਉਸ ਉਪਦੇਸ਼ ਵੱਲ ਜ਼ਿਆਦਾ ਹੋਣਾ ਚਾਹੀਦਾ ਹੈ, ਨਿਖੇਧੀ ਵਾਲੇ ਪੱਖ ਵੱਲ ਘੱਟ ਹੋਣਾ ਚਾਹੀਦਾ ਹੈ। ਤਾਂ ਅਸੀਂ ਇਸ ਸੋਚ ਦੇ ਅਧੀਨ ਹੀ ਅੱਜ ਇਹ ਆਪਾਂ ਸੰਖੇਪ ਵਿਚਾਰ ਕਰਾਂਗੇ। ਤੋ ਇਹ ਸਾਨੂੰ ਪੌੜੀਆਂ ਦੇ ਵਿੱਚੋਂ ਹੋਰ ਵੀ ਕੁਝ ਜਿਹੜੀ ਗੱਲ ਸਮਝਣ ਵਾਲੀ ਹੋਏਗੀ, ਉਹਦੀ ਆਪਾਂ ਅਖੀਰ ਤੇ ਗੱਲ ਕਰਾਂਗੇ ਕਿ ਗੁਰੂ ਸਾਹਿਬ ਨੇ ਉਹਨਾਂ ਦੇ ਸਿਧਾਂਤਾਂ ਨੂੰ ਨਕਾਰਿਆ ਤਾਂ ਹੈ। ਇਹ ਵੀ ਸਾਨੂੰ ਧਿਆਨ ਦੇ ਵਿੱਚ ਰੱਖਣ ਦੀ ਲੋੜ ਹੈ ਕਿ ਉਹਨਾਂ ਦੀ ਕਿਹੜੀਆਂ-ਕਿਹੜੀਆਂ ਗੱਲਾਂ ਨੂੰ ਸਤਿਗੁਰੂ ਜੀ ਨੇ ਨਕਾਰਿਆ ਹੈ, ਤਾਂ ਕਿ ਅਸੀਂ ਸਤਿਗੁਰੂ ਜੀ ਦਾ ਉਪਦੇਸ਼ ਗ੍ਰਹਿਣ ਕਰਨ ਲੱਗਿਆਂ ਸੁਚੇਤ ਵੀ ਹੋ ਕੇ ਰਹੀਏ। ਕਿਉਂਕਿ ਅੱਜ ਅਸੀਂ ਜਿਸ ਸਮੇਂ ਦੇ ਵਿੱਚੋਂ ਲੰਘ ਰਹੇ ਹਾਂ, ਉਹ ਸਮਾਂ ਇੱਕ ਐਸਾ ਸਮਾਂ ਆ ਗਿਆ ਹੈ ਕਿ ਜਦੋਂ ਸਾਡੇ ਮਤ ਦੀ ਵਿਆਖਿਆ, ਗੁਰਮਤਿ ਦੀ ਵਿਆਖਿਆ
ਸਾਡੇ ਬਹੁਤ ਸਾਰੇ ਕਹਿੰਦੇ ਕਹਾਉਂਦੇ ਵਿਦਵਾਨ ਵੀ ਯੋਗ ਮਤ ਤੇ ਵਿਦਾਂਤ ਮਤ ਦੀ ਟੇਕ ਲੈ ਕੇ ਕਰਨੀ ਸ਼ੁਰੂ ਹੋ ਗਏ। ਤੋ ਇਹਦੇ ਨਾਲ ਇਹ ਸ਼ਾਇਦ ਹੁਣ ਉਹਨਾਂ ਦੀ ਕਮੀ ਹੈ, ਜਾਂ ਕਈ ਤਾਂ ਕਹਿੰਦੇ ਹਨ ਕਿ ਇਹਦੇ 'ਚ ਕੁਝ ਕਨਸਪੀਰੇਸੀ ਵੀ ਹੈ, ਪਰ ਆਪਾਂ ਇਹਨਾਂ ਗੱਲਾਂ ਤੋਂ ਕੁਝ ਨਹੀਂ ਛੱਡਦੇ ਹਾਂ ਇਹਨਾਂ ਨੂੰ। ਪਰ ਇਹ ਸਾਨੂੰ ਧਿਆਨ ਰੱਖਣ ਦੀ ਲੋੜ ਹੈ ਕਿ ਸਤਿਗੁਰੂ ਜੀ ਨੇ ਕਿਹਨਾਂ-ਕਿਹਨਾਂ ਚੀਜ਼ਾਂ ਨੂੰ ਛੱਡਣ ਲਈ ਕਿਹਾ ਹੈ, ਕਿਹਨਾਂ-ਕਿਹਨਾਂ ਚੀਜ਼ਾਂ ਨੂੰ ਗ੍ਰਹਿਣ ਕਰਨ ਲਈ ਕਿਹਾ ਹੈ, ਤਾਂ ਕਿ ਅਸੀਂ ਗੁਰਮਤ ਦੇ ਨਿਰਾਲੇਪਨ ਦੇ ਪ੍ਰਤੀ ਵੀ ਸੁਚੇਤ ਰਹੀਏ ਤੇ ਇਹ ਜਿਹੜੀ ਢਾਲ ਆਉਣ ਦੇ ਯਤਨ ਕੀਤੇ ਜਾ ਰਹੇ ਹਨ, ਘੱਟੋ ਘੱਟ ਉਸ ਤੋਂ ਆਪਣੇ ਆਪ ਨੂੰ ਅਸੀਂ ਬਚਾ ਸਕੀਏ। ਤੋ ਆਓ ਸਤਿਗੁਰੂ ਜੀ ਨੇ ਇਹ ਪੌੜੀ, ਜਿਸ ਦੀ ਪਹਿਲਾਂ ਆਪਾਂ ਵਿਆਖਿਆ ਕਰਨੀ ਹੈ, ਇੱਕ ਵਾਰ ਉਹਦਾ ਪਾਠ ਕਰ ਲਈਏ ਜੀ। ਮੁੰਦਾ ਸੰਤੋਖ, ਮੁੰਦਾ ਸੰਤੋਖ ਸ਼ਰਮ ਪਤ ਝੋਲੀ, ਧਿਆਨ ਕੀ ਕਰੈ ਵਿਭੂਤ, ਖਿੰਥਾ ਕਾਲ ਕੁਆਰੀ ਕਾਇਆ ਜੁਗਤ, ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ, ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਇੱਕ ਹੋਏ। ਇਹ ਅੱਗੇ ਆ ਰਹੀਆਂ ਚਾਰੋਂ ਪੌੜੀਆਂ ਦਾ ਵਿਸ਼ਾ ਸਾਨੂੰ ਇੱਥੋਂ ਹੀ ਪਤਾ ਲੱਗ ਜਾਂਦਾ ਹੈ ਕਿ ਸਤਿਗੁਰੂ ਜੀ ਇੱਕੋ ਹੀ ਆਡੀਅנס ਨਾਲ ਗੱਲ ਕਰ ਰਹੇ ਹਨ। ਮੁੱਖ ਜਿਹੜਾ ਉਪਦੇਸ਼ ਹੈ ਉਹ ਇੱਕੋ ਹੀ ਹੈ, ਕਿਉਂਕਿ ਇਹਨਾਂ ਚਾਰਾਂ ਪੌੜੀਆਂ ਦੀਆਂ ਅੰਤਲੀਆਂ ਦੋ ਪੰਕਤੀਆਂ ਜੋ ਹਨ ਉਹ ਉਹੀ ਹਨ, ਇੱਕੋ ਹੀ ਹਨ। ਤੋ ਇਹਨਾਂ ਬਾਰੇ ਵੀ ਆਪਾਂ ਅਖੀਰ ਤੇ ਆ ਕੇ ਥੋੜੀ ਜਿਹੀ ਵਿਚਾਰ ਕਰਾਂਗੇ। ਪਰ ਸਭ ਤੋਂ ਪਹਿਲਾਂ ਆਪਾਂ ਦੇਖੀਏ ਕਿ ਇਹ ਜੋ ਪਹਿਲੀਆਂ ਤਿੰਨ ਪੰਕਤੀਆਂ ਹਨ, ਇਹਨਾਂ ਵਿੱਚ ਸਤਿਗੁਰੂ ਜੀ ਨੇ ਸਾਨੂੰ ਕੀ ਕੀ ਚੀਜ਼ਾਂ ਧਾਰਨ ਕਰਨ ਲਈ ਕਿਹੜਾ ਉਪਦੇਸ਼ ਦਿੱਤਾ ਹੈ। ਹੁਣ ਪਹਿਲੀ ਪੰਕਤੀ ਦੇ ਵਿੱਚ ਸਤਿਗੁਰੂ ਜੀ ਨੇ ਤਿੰਨ ਚੀਜ਼ਾਂ ਦਾ ਜ਼ਿਕਰ ਕੀਤਾ ਹੈ: ਸੰਤੋਖ, ਸ਼ਰਮ, ਸ਼ਰਮ ਤੇ ਧਿਆਨ। ਇਹਨਾਂ ਤਿੰਨਾਂ ਨੂੰ ਸਤਿਗੁਰੂ ਜੀ ਨੇ ਜੋਗੀਆਂ ਨੂੰ ਕਿਹਾ ਹੈ ਕਿ ਆਪਣੇ ਇਹ ਜਿਹੜੇ ਤੁਹਾਡੇ ਸਿੰਬਲ ਨੇ ਉਹਨਾਂ ਨੂੰ ਛੱਡ ਦਿਓ ਤੇ ਇਹਨਾਂ ਨੂੰ ਧਾਰਨ ਕਰੋ। ਮੁੰਦਰਾ ਨੂੰ, ਝੋਲੀ ਨੂੰ ਤੇ ਵਿਭੂਤ ਦੀ ਗੱਲ ਕੀਤੀ ਹੈ, ਪਰ ਆਪਾਂ ਆਪਣਾ ਧਿਆਨ ਸੰਤੋਖ, ਸ਼ਰਮ ਤੇ ਧਿਆਨ ਦੇ ਵੱਲ ਕਰੀਏ। ਹੁਣ ਸੰਤੋਖ ਦਾ ਅਰਥ ਹੈ ਕਿ ਸਾਡਾ ਜੀਵਨ ਸੰਤੋਖੀ ਹੋਣਾ ਚਾਹੀਦਾ ਹੈ। ਗੁਰਮਤਿ ਦੇ ਪੱਖ ਤੋਂ ਜੇ ਦੇਖੀਏ ਤਾਂ ਸੰਤੋਖ ਦਾ ਅਰਥ ਹੈ ਕਿ ਹੱਥੋਂ ਦੇ ਕੇ ਭਲਾ ਮਨਾਵੇ, ਕਿਰਤ ਵਿਰਤ ਕਰ ਧਰਮ ਦੀ। ਤੋ ਇਹ ਦੋ ਪੱਖ, ਪਹਿਲਾਂ ਤੇ ਧਰਮ ਦੀ ਕਿਰਤ ਵਿਰਤ ਕਰਨੀ ਜਿਹੜੀ ਹੈ ਉਹ ਵੀ ਇਹ ਸਾਡੇ ਜੀਵਨ ਦਾ ਅੰਗ ਹੋਣਾ ਚਾਹੀਦਾ ਹੈ, ਤੇ ਉਸ ਤੋਂ ਬਾਅਦ ਉਹਦੇ ਵਿੱਚੋਂ ਦਸਵੰਧ ਕੱਢਣਾ, ਉਹਨੂੰ ਵੰਡਣਾ, ਸਾਰੇ ਮਨੁੱਖਤਾ ਨੂੰ ਆਪਣਾ ਪਰਿਵਾਰ ਸਮਝ ਕੇ ਉਹਦੇ ਨਾਲ ਇਹ ਸਾਂਝਾ ਕਰਨਾ, ਇਹ ਸੰਤੋਖ ਦੀ ਨਿਸ਼ਾਨੀ ਹੈ। ਤੇ ਅੱਗੇ ਸਤਿਗੁਰੂ ਜੀ ਨੇ ਸ਼ਰਮ ਦੀ ਗੱਲ ਕੀਤੀ ਹੈ। ਸ਼ਰਮ ਦਾ ਜੋ ਸ਼ਬਦ ਹੈ ਇਹ ਸੰਸਕ੍ਰਿਤ ਦੇ ਸ਼ਰਮ ਭਾਵ ਉਦਮ ਤੇ ਮਿਹਨਤ ਦੇ ਨਾਲ ਹੈ। ਤੋ ਉਦਮ ਨੂੰ ਸਤਿਗੁਰੂ ਜੀ ਨੇ ਧਾਰਨ ਕਰਨ ਲਈ ਕਿਹਾ। ਹੁਣ ਕੁਦਰਤੀ ਗੱਲ ਹੈ ਕਿ ਜੇ ਸੰਤੋਖੀ ਨੂੰ ਆਪਣੀ ਕਮਾਈ ਨੂੰ ਸਾਂਝੇ ਕਰਨ ਲਈ ਕਿਹਾ ਹੈ ਤਾਂ ਇਹ ਨੌਬਤ ਤਾਂ ਹੀ ਆਵੇਗੀ ਜੇ ਅਸੀਂ ਉਦਮ ਮਿਹਨਤ ਕਰਨ ਵਾਲੇ ਹੋਵਾਂਗੇ, ਕਿਰਤ ਕਰਨ ਵਾਲੇ ਹੋਵਾਂਗੇ। ਤਾਂ ਇਹ ਦੋਨੋਂ ਗੱਲਾਂ ਜੋ ਹਨ ਇਹ ਸਤਿਗੁਰੂ ਜੀ ਦੇ ਜੋ ਧਰਮ ਦਾ, ਗੁਰਮਤ ਦਾ ਮੁੱਖ ਉਪਦੇਸ਼ ਹੈ, ਗ੍ਰਹਿਸਥ ਜੀਵਨ ਨੂੰ ਧਾਰਨ ਕਰਨਾ, ਇਹ ਉਹਦੇ ਦੋ ਅੰਗ ਹਨ। ਤਾਂ ਸਤਿਗੁਰੂ ਜੀ ਜੋਗੀਆਂ ਨੂੰ ਇਹ ਉਪਦੇਸ਼ ਦੇ ਰਹੇ ਹਨ ਕਿ ਜਿਹੜਾ ਜੀਵਨ ਤੁਸੀਂ ਜੀ ਰਹੇ ਹੋ ਉਹ ਜੀਵਨ ਨਹੀਂ, ਤੁਸੀਂ ਸੰਤੋਖ ਤੇ ਉਦਮ ਤੇ ਮਿਹਨਤ ਦਾ ਜੀਵਨ ਜੀਓ। ਭਾਵ ਇਸ ਜਗਤ ਦੇ ਵਿੱਚ ਰਹਿ ਕੇ ਜਗਤ ਦੇ ਉੱਤੇ ਭਾਰ ਨਾ ਬਣੋ, ਸਗੋਂ ਜਗਤ ਦਾ ਕੋਈ ਸਵਾਰਨ ਵਾਲੇ ਬਣੋ। ਤੇ ਅੱਗੇ ਸਤਿਗੁਰੂ ਜੀ ਕਰ ਰਹੇ ਹਨ ਧਿਆਨ ਦੀ ਗੱਲ। ਹੁਣ ਧਿਆਨ ਦਾ ਅਰਥ ਹੈ ਕਿ ਇਹ ਸਾਰਾ ਕੁਝ ਕਰਦਿਆਂ ਹੋਇਆਂ ਸਾਡਾ ਧਿਆਨ ਉਸ ਪ੍ਰਭੂ ਦੇ ਨਾਲ, ਉਹਦੀ ਸਰਬ ਵਿਆਕਤਤਾ ਦੇ ਨਾਲ, ਉਹ ਹਰ ਥਾਂ ਤੇ ਮੌਜੂਦ ਹੈ, ਉਹਦੀ ਹਜ਼ੂਰੀ ਵਿੱਚ ਅਸੀਂ ਇਹ ਜੀਵਨ ਜੀਣਾ ਹੈ, ਇਹ ਸਾਡਾ ਧਿਆਨ ਹੋਣਾ ਚਾਹੀਦਾ ਹੈ। ਜਿਵੇਂ ਅਸੀਂ ਇੱਕ ਅਖਾਣ ਦੇ ਤੌਰ ਦੇ ਉੱਤੇ ਵੀ ਗੁਰਮਤਿ ਦਾ ਇਹ ਅਸੂਲ ਵਰਤ ਲੈਂਦੇ ਹਾਂ ਕਿ ਹੱਥ ਕਾਰ ਵੱਲ ਤੇ ਚਿੱਤ ਕਰਤਾਰ ਵੱਲ। ਤੋ ਧਿਆਨ ਦਾ ਜੋ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ ਹੈ ਕਿ ਧਿਆਨ ਅਕਾਲ ਪੁਰਖ ਦੀ ਸਰਬ ਵਿਆਕਤ
ਵਿਆਪਕਤਾ ਵੱਲ, ਅਕਾਲ ਪੁਰਖ ਵੱਲ, ਉਹਦੇ ਗੁਣਾਂ ਵੱਲ, ਇਹ ਸਾਰਾ ਕੁਝ ਕਰਦੇ ਆ ਸੰਤੋਖ ਤੇ ਸ਼ਰਮ ਦਾ ਜੀਵਨ ਜੀਂਦਿਆਂ ਵੀ ਸਾਡਾ ਧਿਆਨ ਕਰਤਾਰ ਪੁਰਖ ਦੇ ਨਾਲ, ਅਕਾਲ ਪੁਰਖ ਦੇ ਨਾਲ ਜੁੜਿਆ ਹੋਣਾ ਚਾਹੀਦਾ। ਇੱਥੇ ਧਿਆਨ ਦੇ ਬਾਰੇ ਇੱਕ ਛੋਟੀ ਜਿਹੀ ਗੱਲ ਆਪਾਂ ਕਰ ਲਈਏ ਕਿ ਧਿਆਨ ਦਾ ਜੋ ਲਫ਼ਜ਼ ਹੈ ਉਹ ਯੋਗ ਮਤ ਵਿੱਚ ਵੀ ਆਉਂਦਾ ਹੈ। ਜੋ ਅਸ਼ਟਾਂਗ ਯੋਗ ਪਤੰਜਲੀ ਜੀ ਦਾ ਹੈ, ਉਹਦੇ ਵਿੱਚ ਜਿਹੜੇ ਆਖਰੀ 3 ਅੰਗ ਹਨ ਉਹ ਧਾਰਨਾ, ਧਿਆਨ ਤੇ ਸਮਾਧੀ ਹਨ। ਤੋ ਧਿਆਨ 8 ਅੰਗਾਂ ਵਿੱਚੋਂ ਇੱਕ ਅੰਗ ਵੀ ਹੈ, ਪਰ ਸਤਿਗੁਰੂ ਜੀ ਨੇ ਉਸ ਧਿਆਨ ਦੀ ਗੱਲ ਨਹੀਂ ਕੀਤੀ, ਕਿਉਂਕਿ ਉਹ ਧਿਆਨ ਉਹ ਕਰਤਾਰ ਵੱਲ ਧਿਆਨ ਨਹੀਂ ਹੈ। ਉਹ ਧਿਆਨ ਹੈ ਕਿ ਆਪਣੀਆਂ ਬਿਰਤੀਆਂ ਨੂੰ ਇਕਾਗਰ ਕਰਕੇ ਪ੍ਰਕਿਰਤੀ ਤੇ ਪੁਰਖ ਦਾ ਵਿਛੋੜਾ ਕਰਨ ਦਾ ਧਿਆਨ ਹੈ। ਉਹਦਾ ਉਸ ਧਿਆਨ ਨਾਲ ਕੋਈ ਸੰਬੰਧ ਨਹੀਂ ਜੋ ਗੁਰਮਤਿ ਦੇ ਵਿੱਚ ਧਿਆਨ ਕਿਹਾ ਜਾਂਦਾ ਹੈ। ਤੇ ਸਤਿਗੁਰੂ ਜੀ ਨੇ ਇੱਥੇ ਜੇ ਉਹਨਾਂ ਨੂੰ ਉਪਦੇਸ਼ ਕੀਤਾ ਹੈ ਤਾਂ ਗੁਰਮਤਿ ਦਾ ਜੋ ਧਿਆਨ ਹੈ ਕਿ ਚਿੱਤ ਕਰਤਾਰ ਵੱਲ, ਉਹੀ ਗੱਲ ਕੀਤੀ ਹੈ ਤੇ ਉਹੀ ਇਹਦੇ ਇੱਥੇ ਅਰਥ ਸਾਰੇ ਵਿਦਵਾਨਾਂ ਨੇ ਕੀਤੇ ਹਨ। ਤੋ ਸਤਿਗੁਰੂ ਜੀ ਨੇ 3 ਚੀਜ਼ਾਂ ਸਾਨੂੰ ਇਹ ਸਮਝਾ ਕੇ ਅੱਗੇ ਸਤਿਗੁਰੂ ਜੀ ਕਹਿ ਰਹੇ ਹਨ ਕਿ ਅਗਲੀ ਪੰਕਤੀ ਦੇ ਵਿੱਚ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਹੈ ਕਾਲ ਦਾ, ਕੁਆਰੀ ਕਾਇਆ ਦਾ ਤੇ ਪ੍ਰਤੀਤ ਦਾ। ਕਾਲ ਦਾ ਅਰਥ ਹੈ ਉਹ ਸਮਾਂ, ਮੌਤ ਜਿਹੜਾ ਹਰ ਤੇ ਆਣਾ ਹੈ, ਸਮਾਂ ਲੰਘਦਾ ਜਾ ਰਿਹਾ ਹੈ, ਮੌਤ ਨੇੜੇ ਆਂਦੀ ਜਾ ਰਹੀ ਹੈ। ਤੇ ਕੁਆਰੀ ਕਾਇਆ ਦਾ ਅਰਥ ਹੈ ਕਿ ਆਪਣੇ ਆਪ ਨੂੰ ਵਿਕਾਰਾਂ ਤੋਂ ਮੁਕਤ ਰੱਖਣਾ। ਤੇ ਪ੍ਰਤੀਤ ਦਾ ਅਰਥ ਹੈ ਹਜ਼ੂਰੀ, ਸ਼ਰਧਾ, ਯਕੀਨ ਤੇ ਹਜ਼ੂਰੀ। ਤੋ ਭਾਵ ਇਹ ਹੋ ਗਿਆ ਕਿ ਹਮੇਸ਼ਾ ਆਪਣੇ ਜੀਵਨ ਦੇ ਥੋੜ ਚਿਰੇ ਹੋਣ ਨੂੰ ਯਾਦ ਰੱਖ ਕੇ ਆਪਣੇ ਜੀਵਨ ਨੂੰ ਔਗੁਣਾਂ ਤੋਂ ਬਚਾ ਕੇ ਰੱਖਣਾ ਹੈ ਔਰ ਅਕਾਲ ਪੁਰਖ ਦੀ ਹਜ਼ੂਰੀ ਦਾ ਜੀਵਨ ਜੀਣਾ। ਤੇ ਅਗਲੀ ਪੰਕਤੀ ਸਤਿਗੁਰੂ ਜੀ ਨੇ 2 ਗੱਲਾਂ ਕੀਤੀਆਂ ਹਨ ਜਿਹੜੀਆਂ ਕਿ ਆਪਣੇ ਆਪ ਵਿੱਚ ਬੜੀਆਂ ਮਹੱਤਵਪੂਰਨ ਹਨ। ਸਗਲ ਜਮਾਤੀ ਤੇ ਮਨ ਜੀਤਾ ਜਗ ਜੀਤ। ਤੋ ਸਗਲ ਜਮਾਤੀ ਦਾ ਅਰਥ ਹੈ ਕਿ ਅਸੀਂ ਸਭ ਨੂੰ ਆਪਣਾ ਜਮਾਤੀ ਭਾਵ, ਆਪਣੀ ਕਲਾਸ ਦਾ, ਆਪਣੀ ਕੈਟੇਗਰੀ ਦਾ, ਆਪਣਾ ਹਾਣੀ, ਆਪਣੇ ਨਾਲ ਦਾ, ਆਪਣਾ ਭਰਾ, ਆਪਣਾ ਸਾਥੀ ਉਸ ਅਕਾਲ ਪੁਰਖ ਦੇ ਬਣਾਏ ਹੋਏ ਹੋਣ ਕਰਕੇ ਆਪਣੇ ਵਰਗਾ ਗਿਣਨਾ। ਤੋ ਸਤਿਗੁਰੂ ਜੀ ਨੇ ਉਹਨਾਂ ਦੇ ਸਿਧਾਂਤਾਂ ਦੀ ਟੀਕ ਲੈ ਕੇ ਇਹ ਉਪਦੇਸ਼ ਦਿੱਤਾ ਹੈ, ਉਹਨਾਂ ਨੂੰ ਸਮਝਾਉਂਦਿਆਂ ਹੋਇਆਂ ਕਿ ਭਾਈ ਤੁਸੀਂ ਵੱਖੋ ਵੱਖ ਮਤ ਕਰੋ, ਵੱਖੋ ਵੱਖਰੀਆਂ ਕੈਟੇਗਰੀਜ਼ ਮਤ ਬਣਾਓ। ਇਹ ਅਕਾਲ ਪੁਰਖ ਦੀ ਬਣਾਈ ਹੋਈ ਜੋ ਖਲਕਤ ਹੈ, ਇਹ ਸਭ ਇੱਕੋ ਹੀ ਕੈਟੇਗਰੀ ਹੈ। ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ। ਜਾਂ ਹੋਰ ਅਨੇਕਾਂ ਥਾਵਾਂ ਦੇ ਉੱਤੇ ਸਤਿਗੁਰੂ ਜੀ ਨੇ ਇਸ ਭਾਵ ਦੇ ਉਪਦੇਸ਼ ਦਿੱਤੇ ਹਨ। ਨਾ ਕੋ ਮੇਰਾ ਦੁਸ਼ਮਣ ਰਹਿਆ, ਨਾ ਹਮ ਕਿਸਕੇ ਬਹਿਰਾਈ ਇਤਿਆਦਿਕ ਆਪ ਸਾਰੇ ਜਾਣਦੇ ਹੋ। ਗੱਲ ਕੀ ਸਤਿਗੁਰੂ ਜੀ ਨੇ ਮਨੁੱਖੀ ਏਕਤਾ, ਮਨੁੱਖੀ ਬਰਾਬਰੀ ਦਾ ਉਪਦੇਸ਼ ਸਤਿਗੁਰਾਂ ਨੇ ਉਹਨਾਂ ਨੂੰ ਦਿੱਤਾ ਹੈ ਕਿ ਤੁਸੀਂ ਆਪਣੇ ਆਪ ਨੂੰ ਉੱਚੇ ਮੰਨੀ ਬੈਠੇ ਹੋ ਤੇ ਆਪਣੇ ਵਿੱਚੋਂ ਵੀ ਕੁਝ ਖਾਸ ਫਿਰਕਿਆਂ ਨੂੰ ਉੱਚੇ ਮੰਨੀ ਬੈਠੇ ਹੋ। ਇਹ ਭਾਵਨਾਵਾਂ ਮਨ ਵਿੱਚੋਂ ਕੱਢ ਕੇ ਸਭ ਨੂੰ ਆਪਣੇ ਨਾਲ ਦਾ, ਆਪਣੇ ਬਰਾਬਰ ਦਾ, ਆਪਣਾ ਸਾਥੀ, ਆਪਣਾ ਭਰਾ ਮੰਨੋ। ਤੇ ਸਾਡੇ ਲਈ ਵੀ ਇਹੀ ਉਪਦੇਸ਼ ਹੈ ਕਿ ਸਾਡੇ ਮਨ ਦੇ ਵਿੱਚ ਅਗਰ ਕੋਈ ਕਿਸੇ ਟਾਈਪ ਦੀਆਂ ਕਲਾਸੀਫਿਕੇਸ਼ਨਸ ਨੇ, ਇਹ ਮੇਰੀ ਜਮਾਤ ਦਾ ਹੈ, ਇਹ ਮੇਰੇ ਨਾਲ ਦਾ ਹੈ, ਇਹ ਮੇਰੇ ਵਿਸ਼ਵਾਸਾਂ ਦਾ ਹੈ, ਇਹ ਮੇਰੇ ਪਹਿਰਾਵੇ ਦਾ ਹੈ, ਜਾਂ ਹੋਰ ਅਸੀਂ ਕੁਝ ਵੀ ਆਪਣੇ ਦਿਮਾਗ ਦੇ ਵਿੱਚ ਕਲਾਸੀਫਿਕੇਸ਼ਨਸ ਅਗਰ ਰੱਖੀਆਂ ਨੇ, ਤਾਂ ਫਿਰ ਸਤਿਗੁਰੂ ਜੀ ਦੇ ਇਹ ਉਪਦੇਸ਼ ਦੀ ਅਸੀਂ ਉਲੰਘਣਾ ਕਰ ਰਹੇ ਹਾਂ, ਜੋ ਸਤਿਗੁਰੂ ਜੀ ਨੇ 2 ਸ਼ਬਦਾਂ ਵਿੱਚ ਹੀ ਸਾਨੂੰ ਦਿੱਤਾ ਹੈ ਕਿ ਸਗਲ ਜਮਾਤੀ। ਤੇ ਅੱਗੇ ਸਤਿਗੁਰੂ ਜੀ ਜੋ ਵਰਤ ਰਹੇ ਹਨ, ਅਸੀਂ ਇਹਨੂੰ ਆਮ ਕੋਟ ਕਰਦੇ ਹਾਂ, ਮਨ ਜੀਤੈ ਜਗ ਜੀਤ। ਕਿ ਜੇ ਇਨਸਾਨ ਮਨ ਨੂੰ ਜਿੱਤ ਲਵੇ, ਭਾਵ ਮਨ ਤੇ ਕਾਬੂ ਕਰ ਲਵੇ, ਤਾਂ ਉਹ ਕੋਈ ਵੀ ਕੰਮ ਕਰ ਸਕਦਾ ਹੈ। ਮੰਨ ਲਓ ਉਹਨੇ ਜਗਤ ਹੀ ਜਿੱਤ ਲਿਆ। ਹੁਣ ਇੱਥੇ ਜੋਗੀਆਂ ਦੇ ਨਾਲ ਗੱਲ ਕਰਦੇ ਹਾਂ, ਇਹਦੇ ਅਰਥ ਕੁਝ ਖਾਸ ਬਣ ਜਾਂਦੇ ਹਨ ਕਿ ਜੋਗੀ ਮਨ ਨੂੰ ਜਿੱਤਣ ਦੇ ਵਿੱਚ ਯਕੀਨ ਨਹੀਂ ਰੱਖਦੇ। ਜੋਗੀਆਂ ਦਾ ਕੰਮ ਹੈ, ਉਹਨਾਂ ਦਾ ਸਿਧਾਂਤ ਹੈ, ਜੋ ਉਹਨਾਂ ਦੇ ਗ੍ਰੰਥ ਉਹਨਾਂ ਨੂੰ ਦੱਸਦੇ ਹਨ ਕਿ ਤੁਸੀਂ ਮਨ ਤੇ ਮਨ ਦੀਆਂ ਬਿਰਤੀਆਂ ਨੂੰ ਮਾਰਨਾ ਹੈ। ਯੋਗ ਮਤ ਦੀ ਵਿਆਖਿਆ ਜੋ ਡੈਫੀਨੇਸ਼ਨ ਦਿੱਤੀ ਹੈ ਪਤੰਜਲੀ ਜੀ ਨੇ, ਉਹ ਯੋਗ ਸੂਤਰ ਦੇ 2 ਸ਼ਲੋਕ ਵਿੱਚ ਹੀ ਹੈ, ਯੋਗਿਸ਼ ਚਿੱਤ ਵ੍ਰਿਤੀ ਨਿਰੋਧਾ, ਜਿਸ ਦਾ ਅਰਥ ਹੈ ਕਿ ਯੋਗ ਦਾ ਅਰਥ ਇਹ ਹੈ ਕਿ ਚਿੱਤ ਦੀਆਂ ਵ੍ਰਿਤੀਆਂ ਨੂੰ ਨਿਰੋਧ ਕਰਨਾ। ਤੇ ਨਿਰੋਧ ਦੇ ਅਰਥ ਹਨ
ਇਹਨਾਂ ਨੂੰ ਖਤਮ ਕਰ ਦੇਣਾ, ਮਾਰ ਦੇਣਾ। ਤੇ ਯੋਗ ਮਤ ਮਨ ਨੂੰ ਮਾਰਨ ਦਾ ਮਾਰਗ ਹੈ। ਇੱਥੇ ਸਤਿਗੁਰੂ ਜੀ ਉਹਨਾਂ ਨੂੰ ਸਮਝਾ ਰਹੇ ਹਨ ਕਿ ਅਕਾਲ ਪੁਰਖ ਤੱਕ ਪਹੁੰਚਣ ਲਈ ਮਨ ਨੂੰ ਮਾਰਨ ਦੀ ਨਹੀਂ, ਮਨ ਨੂੰ ਜਿੱਤਣ ਦੀ ਲੋੜ ਹੈ। ਮਨ ਨੂੰ ਮਾਰ ਕੇ ਅਕਾਲ ਪੁਰਖ ਤੱਕ ਨਹੀਂ ਪਹੁੰਚਿਆ ਜਾ ਸਕਦਾ, ਕਿਉਂਕਿ ਮਨ ਨੂੰ ਮਾਰ ਕੇ ਫਿਰ ਤੁਹਾਡੀ ਉਹੀ ਅਵਸਥਾ ਹੋ ਜਾਏਗੀ ਕਿ ਫਿਰ ਤੁਹਾਨੂੰ ਜਗਤ ਨਾਲ ਕੁਝ ਲੈਣਾ ਦੇਣਾ ਨਹੀਂ। ਤੁਸੀਂ ਜਗਤ ਦੇ ਉੱਤੇ ਭਾਰ ਬਣ ਜਾਓਗੇ, ਇੱਕ ਪੈਰਾਸਾਈਟ ਬਣ ਜਾਓਗੇ, ਜਦ ਕਿ ਅਕਾਲ ਪੁਰਖ ਦੀ ਰਜ਼ਾ, ਉਹਦੇ ਹੁਕਮ ਵਿੱਚ ਚੱਲਣ ਦਾ ਜੀਵਨ, ਜਗਤ ਦਾ ਭਲਾ ਕਰਨ ਦਾ ਜੀਵਨ। ਤਾਂ ਸਤਿਗੁਰੂ ਜੀ ਇਹਨਾਂ 3 ਪੰਕਤੀਆਂ ਦੇ ਵਿੱਚ ਸਾਨੂੰ ਜੋ ਉਪਦੇਸ਼ ਦੇ ਰਹੇ ਹਨ, ਉਹ ਆਪਾਂ ਇੱਕ ਵਾਰੀ ਸਮਝ ਲਿਆ ਹੈ। ਹੁਣ ਅੱਗੇ ਚੱਲੀਏ। ਇਹ ਲਾਸਟ 2 ਪੰਕਤੀਆਂ ਆਪਾਂ 4 ਪੌੜੀਆਂ ਦੇ ਅੰਤ ਉੱਤੇ ਇੱਕ ਵਾਰੀ ਇਹਨਾਂ ਉੱਤੇ ਥੋੜੇ ਜਿਹੇ ਵਿਸਥਾਰ ਦੇ ਨਾਲ ਵਿਚਾਰ ਕਰਾਂਗੇ। ਅਗਲੀ ਪੰਕਤੀ। ਹਾਂਜੀ ਵੀਰ ਜੀ। ਭੁਗਤ ਗਿਆਨ ਦਇਆ ਭੰਡਾਰਨ, ਘਟ ਘਟ ਵਾਜੈ ਨਾਦ, ਆਪ ਨਾਥ ਨਾਥੀ ਸਭ ਜਾ ਕੀ, ਰਿੱਧ ਸਿੱਧ ਅਵਰਾ ਸਾਧ, ਸੰਜੋਗ ਵਿਜੋਗ ਦੋਏ ਕਾਰ ਚਲਾਵੈ, ਲਿਖੇ ਆਵੈ ਭਾਗ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਹੁਣ ਇੱਥੇ ਵੀ ਸਤਿਗੁਰੂ ਜੀ ਨੇ ਪਹਿਲੀ ਪੰਕਤੀ ਦੇ ਵਿੱਚ ਗਿਆਨ ਦੀ, ਦਇਆ ਦੀ ਤੇ ਉਹ ਨਾਦ ਦੇ ਘਟ ਘਟ ਵਿੱਚ ਵੱਜਣ ਦੀ ਗੱਲ ਕੀਤੀ ਹੈ। ਤੇ ਇਹਨਾਂ ਦੀ ਤੁਲਨਾ ਸਤਿਗੁਰੂ ਜੀ ਨੇ ਉਹਨਾਂ ਦੇ ਹੀ ਸ਼ਬਦਾਵਲੀ ਨੂੰ ਲੈ ਕੇ ਭੁਗਤ ਦੇ ਨਾਲ, ਭੰਡਾਰਨ ਦੇ ਨਾਲ, ਤੇ ਨਾਦ ਜੋ ਉਹ ਮੰਨਦੇ ਹਨ ਕਿ ਵੱਜਦਾ ਹੈ ਤੇ ਉਹ ਵਜਾਉਂਦੇ ਵੀ ਹਨ ਜਦੋਂ ਭੋਜਨ ਛਕਣਾ ਹੁੰਦਾ ਹੈ। ਤੋ ਸਤਿਗੁਰੂ ਜੀ ਕਹਿੰਦੇ ਹਨ ਕਿ ਗਿਆਨ ਜੋ ਹੈ ਉਹ ਕਿਹੜਾ ਹੈ ਜਿਹੜਾ ਘਟ ਘਟ ਦੇ ਵਿੱਚ ਵੱਜ ਰਿਹਾ ਹੈ। ਘਟ ਘਟ ਦੇ ਵਿੱਚ ਪ੍ਰਭੂ ਦੇ ਹੋਣ ਦਾ ਗਿਆਨ। ਉਹ ਪ੍ਰਭੂ ਜਿਹੜਾ ਘਟ ਘਟ ਦੇ ਵਿੱਚ ਰਹਿ ਰਿਹਾ ਹੈ, ਵੱਜ ਰਿਹਾ ਹੈ, ਉਸ ਪ੍ਰਭੂ ਦਾ ਜੋ ਗਿਆਨ ਹੈ, ਉਸ ਨੂੰ ਚੂਰਮਾ ਬਣਾ ਕੇ ਦਇਆ ਦੇ ਨਾਲ ਵੰਡਣ ਦੀ ਗੱਲ ਕੀਤੀ ਹੈ। ਹੁਣ ਯੋਗ ਮਤ ਦੇ ਵਿੱਚ ਜੋਗੀ ਬਣਨਾ ਬੜਾ ਔਖਾ ਹੈ। ਯੋਗ ਮਤ ਧਾਰਨ ਕਰਨ ਵਾਲੇ ਨੂੰ ਕਈ ਸਾਲ ਜੋਗੀਆਂ ਦੀ ਸੇਵਾ ਉਹਨਾਂ ਦੇ ਡੇਰਿਆਂ ਤੇ ਰਹਿ ਕੇ ਕਰਨੀ ਪੈਂਦੀ ਹੈ। ਤੇ ਜਦੋਂ ਉਹਨੂੰ ਯੋਗ ਮੰਨ ਲਿਆ ਜਾਂਦਾ ਹੈ, ਫਿਰ ਇੱਕ ਸੈਰੇਮਨੀ ਕਰਕੇ ਉਹਨੂੰ ਯੋਗੀ ਬਣਾਇਆ ਜਾਂਦਾ ਹੈ। ਤੇ ਉਹਦੇ ਵਿੱਚ ਵੀ ਕਈ ਸ਼ਰਤਾਂ, ਕਈ ਯੁਗਤਾਂ, ਕਾਫੀ ਕੁਝ ਦਿੱਤਾ ਜਾਂਦਾ। ਗੱਲ ਕੀ ਕਿ ਜੇ ਯੋਗ ਮਤ ਨੂੰ ਅਸੀਂ ਇਹ ਮੰਨ ਲਈਏ ਕਿ ਗਿਆਨ ਦਾ ਰਸਤਾ ਹੈ, ਜਿਵੇਂ ਕਿ ਉਹ ਕਹਿੰਦੇ ਹਨ, ਤਾਂ ਉਹ ਗਿਆਨ ਨੂੰ ਵੰਡਣ ਲੱਗਿਆਂ ਬੜੇ ਔਖੇ ਹੁੰਦੇ ਹਨ, ਬੜੀ ਔਖਿਆਈ ਦੇ ਨਾਲ ਗਿਆਨ ਨੂੰ ਵੰਡਦੇ। ਹੁਣ ਸਤਿਗੁਰੂ ਜੀ ਉਹਨਾਂ ਦੀ ਟਰਮੀਨੋਲੋਜੀ ਨੂੰ ਹੀ ਲੈ ਕੇ ਉਹਨਾਂ ਨੂੰ ਸਮਝਾ ਰਹੇ ਹਨ ਕਿ ਉਸ ਅਕਾਲ ਪੁਰਖ ਦੇ ਘਟ ਘਟ ਦੇ ਵਿੱਚ ਵਾਸੀ ਹੋਣ ਦਾ ਜੋ ਗਿਆਨ ਹੈ, ਉਸ ਗਿਆਨ ਨੂੰ ਚੂਰਮਾ ਬਣਾ ਕੇ ਤੇ ਦਇਆ ਨੂੰ ਭੰਡਾਰਨ ਬਣਾ ਕੇ ਇਸ ਜਗਤ ਦੇ ਵਿੱਚ ਵੰਡੋ। ਤੁਹਾਡਾ ਕੰਮ ਤਾਂ ਇਹ ਹੋਣਾ ਚਾਹੀਦਾ ਸੀ। ਸਤਿਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਇਹੀ ਉਪਦੇਸ਼ ਕੀਤਾ ਹੈ ਔਰ ਉਹਨਾਂ ਨੇ ਬਾਰ-ਬਾਰ ਕਿਹਾ ਹੈ ਕਿ ਆਪ ਜਪੈ ਅਵਰਾ ਨਾਮ ਜਪਾਵੈ, ਕਿ ਉਸ ਅਕਾਲ ਪੁਰਖ ਦੇ ਨਾਲ ਜੁੜ ਕੇ ਇਹ ਇੱਕ ਦਾਤ ਹੈ ਜੋ ਉਸ ਅਕਾਲ ਪੁਰਖ ਦੇ ਗਿਆਨ ਦੀ ਸਾਨੂੰ ਪ੍ਰਾਪਤ ਹੁੰਦੀ ਹੈ। ਤੇ ਇਹਦੇ ਨੂੰ ਇਸ ਜੋ ਦਾਤ ਹੈ, ਇਹਨੂੰ ਹਰ ਥਾਂ ਤੇ ਅਸੀਂ ਵੰਡਣਾ ਵੀ ਹੈ। ਤਾਂ ਸਤਿਗੁਰੂ ਜੀ ਅੱਗੇ ਕਹਿੰਦੇ ਹਨ ਕਿ ਆਪ ਨਾਥ ਨਾਥੀ ਸਭ ਜਨ। ਉਹ ਅਕਾਲ ਪੁਰਖ ਜੋ ਹੈ, ਉਹ ਇਸ ਸ੍ਰਿਸ਼ਟੀ ਦਾ ਨਾਥ ਹੈ, ਮਾਲਕ ਹੈ, ਤੇ ਸਭ ਨੂੰ ਵਸ ਵਿੱਚ ਕਰਕੇ ਚਲਾ ਰਿਹਾ ਹੈ। ਤੇ ਅੱਗੇ ਸਤਿਗੁਰੂ ਜੀ ਕਹਿੰਦੇ ਹਨ ਰਿੱਧ ਸਿੱਧ ਅਵਰਾ ਸਾਧ। ਹੁਣ ਰਿੱਧੀਆਂ ਸਿੱਧੀਆਂ ਕੀ ਹਨ? ਉਹ ਸੁਪਰ ਨੈਚੁਰਲ ਪਾਵਰ ਜਿਹੜੀਆਂ ਨੇ ਉਹ ਪ੍ਰਾਪਤ ਕਰਨੀਆਂ ਯੋਗ ਮਤ ਦੇ ਵਿੱਚ ਸਿੱਧੀ ਮੰਨੀ ਗਈ ਹੈ। ਭਾਵ ਸਭ ਤੋਂ ਉੱਤਮ ਅਵਸਥਾ, ਸਭ ਤੋਂ ਉੱਚੀ ਅਵਸਥਾ ਮੰਨੀ ਗਈ ਹੈ। ਤਾਂ ਉਹਨਾਂ ਦੇ ਨਾਲ ਕੀਤਾ ਕੀ ਜਾਂਦਾ ਹੈ ਕਿ ਉਹ ਰਿੱਧੀਆਂ ਸਿੱਧੀਆਂ ਦੇ ਨਾਲ ਜਗਤ ਨੂੰ ਆਪਣੇ ਕਾਬੂ ਵਿੱਚ ਕਰਨ ਦਾ ਯਤਨ ਕਰਦੇ ਹਨ। ਅਸੀਂ ਵੀ ਕਹਾਣੀਆਂ, ਸਾਖੀਆਂ ਦੇ ਰੂਪ ਵਿੱਚ ਜਾਂ ਹੋਰ ਤਰ੍ਹਾਂ ਅਸੀਂ ਸੁਣੀਆਂ ਹੋਣਗੀਆਂ ਕਿ ਜੋਗੀ ਜਨਤਾ ਨੂੰ ਆਪਣੇ ਪਿੱਛੇ ਲਗਾਉਣ ਲਈ ਕੀ ਕੀ ਕਰਤੱਵ, ਕੀ ਕੀ ਕਰਾਮਾਤਾਂ ਦਿਖਾਉਂਦੇ ਸਨ। ਤੇ ਜਿਹੜੀਆਂ ਕਰਾਮਾਤਾਂ ਸਨ, ਉਹ ਕਰਾਮਾਤਾਂ ਹੋਰ ਕੁਝ ਨਹੀਂ ਹੁੰਦੀਆਂ,
ਉਹ ਜਗਤ ਦੀ ਜੋ ਉਸ ਅਕਾਲ ਪੁਰਖ ਦੇ ਬਣਾਏ ਨਿਯਮਾਂ ਦੇ ਮੁਤਾਬਕ ਹੁਕਮ ਦੇ ਵਿੱਚ ਜੋ ਜਗਤ ਚੱਲ ਰਿਹਾ ਹੈ ਉਹਦੇ ਵਿੱਚ ਵਿਘਨ ਪਾ ਕੇ ਆਪਣੀ ਤਾਕਤ ਦਿਖਾਉਣ ਦਾ ਯਤਨ ਹੁੰਦਾ ਹੈ। ਇਸ ਤੋਂ ਇਲਾਵਾ ਹੋਰ ਕੁਝ ਵੀ ਨਹੀਂ। ਤੇ ਸਤਿਗੁਰੂ ਜੀ ਕਹਿ ਰਹੇ ਹਨ ਕਿ ਉਹ ਅਕਾਲ ਪੁਰਖ ਹੈ ਜਿਹੜਾ ਇਸ ਧਰਤੀ ਦਾ ਮਾਲਕ ਹੈ, ਇਸ ਜਗਤ ਦਾ ਮਾਲਕ ਹੈ, ਤੇ ਸਭ ਉਹਦੀ ਨਾਥੀ ਦੇ ਵਿੱਚ, ਉਹਦੀ ਨੱਥ ਦੇ ਵਿੱਚ ਹੈ। ਇਹ ਜਿਹੜੇ ਯਤਨ ਹਨ ਕਿ ਜਗਤ ਨੂੰ ਆਪਣੇ ਮਰਜ਼ੀ ਦੇ ਮੁਤਾਬਕ ਆਪਣੇ ਹੁਕਮ ਦੇ ਵਿੱਚ ਚਲਾਉਣ ਦੇ, ਸਤਿਗੁਰੂ ਜੀ ਕਹਿੰਦੇ ਹਨ ਇਹ ਧਰਮ ਦਾ ਰਸਤਾ ਨਹੀਂ ਹੈ। ਰਿੱਧ ਸਿੱਧ ਅਵਰਾ ਸਾਧ, ਇਹ ਇਸ ਗੱਲ ਦੀ ਨਿਸ਼ਾਨੀ ਹੈ ਕਿ ਤੁਸੀਂ ਆਪਣੇ ਰਾਹ ਤੋਂ ਖੁੰਝ ਗਏ, ਤੁਸੀਂ ਅਵਰਾ ਸਾਧ ਭਾਵ ਸਵਾਦਾਂ ਦੇ ਵਿੱਚ ਪੈ ਗਏ ਹੋ, ਤੇ ਸਵਾਦ ਵੀ ਉਹ ਜਿਹੜਾ ਰਸਤਾ ਨਹੀਂ ਹੈ, ਇੱਕ ਧਰਮ ਦੇ ਮਾਰਗ ਤੇ ਚੱਲਣ ਵਾਲੇ ਬੰਦੇ। ਤੇ ਸਤਿਗੁਰੂ ਜੀ ਕਹਿੰਦੇ ਹਨ ਕਿ ਜਗਤ ਦੇ ਵਿੱਚ ਉਸ ਦੀ ਰਜ਼ਾ ਵਰਤ ਰਹੀ ਹੈ, ਉਸ ਦੇ ਹੁਕਮ ਦੇ ਵਿੱਚ ਸਭ ਕੰਮ ਚੱਲ ਰਿਹਾ ਹੈ, ਔਰ ਸਾਰੇ ਜੀਵਾਂ ਨੂੰ ਜੋ ਕੁਝ ਪ੍ਰਾਪਤ ਹੋ ਰਿਹਾ ਹੈ ਉਹਨਾਂ ਦੇ ਕੀਤੇ ਹੋਏ ਕਰਮਾਂ ਅਨੁਸਾਰ ਹੀ ਉਹਨਾਂ ਦੇ ਭਾਗ ਉਹਨਾਂ ਨੂੰ ਪ੍ਰਾਪਤ ਹੋ ਰਹੇ ਹਨ। ਔਰ ਇਹ ਸਾਰੀ ਜਿਹੜੀ ਜਗਤ ਦੀ ਕਾਰ ਹੈ ਉਹਦੀ ਰਜ਼ਾ ਵਿੱਚ ਚੱਲ ਰਹੀ ਹੈ, ਕਿਉਂਕਿ ਸੰਜੋਗ ਤੇ ਵਿਜੋਗ ਇਹ ਰਜ਼ਾ ਦੇ ਹੀ ਪੱਖ ਹਨ, ਤੇ ਇਹਨਾਂ ਦੇ ਮੁਤਾਬਕ ਹੀ ਜਗਤ ਦੀ ਕਾਰ ਚੱਲ ਰਹੀ ਹੈ। ਸੰਜੋਗ ਵਿਜੋਗ ਦੋਏ ਕਾਰ ਚਲਾਵੈ, ਲੇਖੇ ਆਵੈ ਭਾਗ। ਕੀਤੇ ਕਰਮਾਂ ਦੇ ਅਨੁਸਾਰ ਹੀ ਜੀਵਾਂ ਨੂੰ ਉਹਨਾਂ ਦੇ ਭਾਗ ਜੋ ਅਕਾਲ ਪੁਰਖ ਵੱਲੋਂ ਉਹਨਾਂ ਦੇ ਕਰਮਾਂ ਦੇ ਅਨੁਸਾਰ ਉਹਨਾਂ ਨੂੰ ਬਖਸ਼ੇ ਗਏ ਹੁੰਦੇ ਹਨ, ਉਹ ਚੱਲਦੇ ਹਨ। ਇਹੀ ਉਸ ਦਾ ਹੁਕਮ ਹੈ, ਔਰ ਉਸ ਦੇ ਹੁਕਮ ਦੇ ਵਿੱਚ ਹੀ ਇਹ ਸਾਰਾ ਜਗਤ ਚੱਲ ਰਿਹਾ ਹੈ। ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਤੋ ਸਤਿਗੁਰੂ ਜੀ ਅਗਲੀ ਪੌੜੀ ਦੇ ਵਿੱਚ ਉਪਦੇਸ਼ ਕਰਦੇ ਹਨ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫੁਰਮਾਨ, ਉਹ ਵੇਖੈ ਉਹਨਾਂ ਨਜ਼ਰ ਨਾ ਆਵੈ, ਬਹੁਤਾ ਇਹ ਵਿਡਾਣ। ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫੁਰਮਾਨ। ਇਹ ਜਗਤ ਉਸੇ ਤਰ੍ਹਾਂ ਹੀ ਚੱਲ ਰਿਹਾ ਹੈ ਜਿਵੇਂ ਉਸ ਨੂੰ ਭਾਉਂਦਾ ਹੈ, ਜਿਵੇਂ ਉਸ ਦਾ ਫਰਮਾਨ ਭਾਵ ਜਿਵੇਂ ਉਸ ਦਾ ਹੁਕਮ ਆਉਂਦਾ ਹੈ। ਇਹ ਗੁਰਮਤਿ ਸਿਧਾਂਤ ਹੈ ਕਿ ਇਸ ਜਗਤ ਦੇ ਵਿੱਚ ਕੇਵਲ ਉਸ ਦਾ ਹੁਕਮ ਵਰਤ ਰਿਹਾ ਹੈ, ਔਰ ਕੇਵਲ ਉਸੇ ਦਾ ਹੁਕਮ ਵਰਤ ਰਿਹਾ ਹੈ, ਅਕਾਲ ਪੁਰਖ ਦਾ ਹੀ ਹੁਕਮ ਵਰਤ ਰਿਹਾ ਹੈ, ਨਾ ਕਿ ਕਿਸੇ ਹੋਰ ਦਾ। ਤੇ ਹੁਣ ਸਤਿਗੁਰੂ ਜੀ ਨੇ ਜਿਹੜਾ ਪਹਿਲੀਆਂ ਦੋ ਪੰਕਤੀਆਂ ਦੇ ਵਿੱਚ ਆਮ ਮੰਨਿਆ ਜਾਂਦਾ ਸਿਧਾਂਤ, ਜਿਹਨੂੰ ਯੋਗੀ ਵੀ ਮੰਨਦੇ ਹਨ, ਉਹਦਾ ਜ਼ਿਕਰ ਕਰਕੇ ਸਤਿਗੁਰੂ ਜੀ ਨੇ ਐਸੇ ਢੰਗ ਨਾਲ ਕੀਤਾ ਹੈ ਕਿ ਸਾਨੂੰ ਉਹਦੇ ਚੋਂ ਗੱਲ ਰਮਸ ਦੇ ਨਾਲ ਸਮਝਾ ਦਿੱਤੀ ਹੈ। ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਇਹ ਮੰਨਿਆ ਜਾਂਦਾ ਹੈ ਕਿ ਤਿੰਨ ਜੋ ਦੇਵਤੇ ਹਨ, ਬ੍ਰਹਮਾ ਵਿਸ਼ਨੂੰ ਮਹੇਸ਼, ਉਹ ਇਸ ਜਗਤ ਦੀ ਕਾਰ ਨੂੰ ਚਲਾ ਰਹੇ ਹਨ। ਪਰ ਇਹ ਜਿਹੜੇ ਤਿੰਨੋਂ ਦੇਵਤੇ ਹਨ ਉਹਨਾਂ ਬਾਰੇ ਸਤਿਗੁਰੂ ਜੀ ਨੇ ਪਹਿਲੀ ਜੋ ਪੰਕਤੀ ਹੈ ਉਹਦੇ ਵਿੱਚ ਇਹ ਸਪਸ਼ਟ ਕਰ ਦਿੱਤਾ। ਏਕਾ ਮਾਈ ਭਾਵ ਉਹ ਮਾਇਆ, ਇਹ ਉਸੇ ਦੇ ਹੀ ਪੁੱਤਰ ਹੈ। ਭਾਵ ਇਹ ਮਾਇਆ ਦੀ ਖੇਡ ਹੈ। ਜਿਵੇਂ ਮਾਇਆ ਦੀ ਖੇਡ ਸਥਾਈ ਨਹੀਂ ਹੁੰਦੀ, ਸੱਚ ਨਹੀਂ ਹੁੰਦੀ, ਅਸਲੀਅਤ ਨਹੀਂ ਹੁੰਦੀ, ਉਸੇ ਤਰ੍ਹਾਂ ਹੀ ਇਹ ਤਿੰਨਾਂ ਦੀ ਕਹਾਣੀ ਵੀ ਜਿਹੜੀ ਹੈ ਇਸੇ ਕੈਟੇਗਰੀ ਦੇ ਵਿੱਚ ਹੀ ਹੈ। ਇਹ ਖਿਆਲੀ ਪਲਾਓ ਹੀ ਹਨ, ਔਰ ਉਹਨਾਂ ਵੱਲੋਂ ਜਗਤ ਦੀ ਜੋ ਕਾਰ ਚਲਾਏ ਜਾਣ ਦੀ ਗੱਲ ਹੈ ਇਹ ਲੋਕਾਂ ਦੀ ਇਮੈਜੀਨੇਸ਼ਨ ਹੀ ਹੈ, ਕਿਉਂਕਿ ਇਸ ਜਗਤ ਦੀ ਕਾਰ ਤਾਂ ਉਹਦੇ ਹੁਕਮ ਦੇ ਵਿੱਚ ਚੱਲ ਰਹੀ ਹੈ। ਹੁਣ ਉਹ ਵੇਖਿਆ, ਉਹ ਸਾਰਿਆਂ ਦੀ ਸੰਭਾਲ ਕਰ ਰਿਹਾ ਹੈ, ਜਨਮ ਦੇ ਰਿਹਾ ਹੈ, ਸੰਭਾਲ ਕਰ ਰਿਹਾ ਹੈ, ਰਿਜ਼ਕ ਦੇ ਰਿਹਾ ਹੈ, ਤੇ ਸਾਰੇ ਜਗਤ ਦਾ ਨਾਸ਼ ਵੀ ਉਹੀ ਉਹਦੇ ਹੁਕਮ ਵਿੱਚ ਹੀ ਹੋ ਰਿਹਾ ਹੈ। ਪਰ ਕਮਾਲ ਦੀ ਗੱਲ ਇਹ ਹੈ ਕਿ ਉਹ ਤਾਂ ਵੇਖ ਰਿਹਾ ਹੈ ਜਗਤ ਨੂੰ, ਇਹਦੀ ਸੰਭਾਲ ਕਰ ਰਿਹਾ ਹੈ, ਪਰ ਜਿਨ੍ਹਾਂ ਦੀ ਸੰਭਾਲ ਹੋ ਰਹੀ ਹੈ ਉਹਨੂੰ ਅਕਾਲ ਪੁਰਖ ਨਹੀਂ ਨਜ਼ਰ ਆ ਰਿਹਾ। ਕੈਸੀ ਅਚੰਭੇ ਵਾਲੀ ਗੱਲ ਹੈ। ਹੁਣ ਉਹਨਾਂ ਨੂੰ ਉਹਦੀ ਕੋਈ ਅਹਿਸਾਸ ਹੀ ਨਹੀਂ ਹੈ ਕਿ ਅਕਾਲ ਪੁਰਖ ਹੈ ਜੋ ਇਸ ਜਗਤ ਨੂੰ ਚਲਾ ਰਿਹਾ ਹੈ। ਤੇ ਉਹਨਾਂ ਨੇ ਕੀ ਕੀਤਾ
ਉਹਨਾਂ ਨੇ ਤਿੰਨ ਦੇਵਤਿਆਂ ਦੀ ਕਲਪਨਾ ਕਰਕੇ ਬੈਠ ਗਏ। ਇਹ ਸਿਰਫ ਸਾਡੀ ਕਲਪਨਾ ਦੀ ਹੀ ਉਪਜ ਹਨ। ਇਹ ਇਸ ਤੋਂ ਵੱਧ ਕੁਝ ਵੀ ਨਹੀਂ। ਕੇਵਲ ਇਸ ਜਗਤ ਦੇ ਵਿੱਚ ਇਹਦਾ ਹੁਕਮ ਵਰਤ ਰਿਹਾ ਹੈ। ਹੁਣ ਇਹ ਜੋ ਸੋਝੀ ਹੈ, ਇਹ ਸਤਿਗੁਰੂ ਜੀ ਇੱਥੇ ਸਾਨੂੰ ਦੱਸ ਰਹੇ ਹਨ ਕਿ ਇਹ ਜੋ ਸੋਝੀ ਹੈ, ਇਹ ਪ੍ਰਾਪਤ ਹੁੰਦੀ ਹੈ, ਕਿਹਨੂੰ ਨਜ਼ਰ ਆਉਂਦੀ ਹੈ, ਕਿਹਨੂੰ ਉਹ ਦਿਸਦਾ ਹੈ ਅਕਾਲ ਪੁਰਖ ਕਿ ਉਹ ਸਾਡੀ ਸੰਭਾਲ ਕਰ ਰਿਹਾ, ਜਿਹੜਾ ਉਹਦੇ ਨਾਲ ਜੁੜਿਆ ਹੁੰਦਾ। ਤੇ ਜਿਹੜਾ ਉਹਦੇ ਨਾਲ ਜੁੜੇਗਾ ਨਹੀਂ, ਹੋਰਾਂ ਨਾਲ ਜੁੜ ਜਾਏਗਾ, ਉਹਨੂੰ ਇਸ ਗੱਲ ਦੀ ਸੋਝੀ ਵੀ ਪ੍ਰਾਪਤ ਨਹੀਂ ਹੋਵੇਗੀ। ਤਾਂ ਸਤਿਗੁਰੂ ਜੀ ਕਹਿੰਦੇ ਹਨ ਕਿ ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫੁਰਮਾਨ। ਉਹ ਵੇਖੈ ਉਹਨਾਂ ਨਦਰ ਨਾ ਆਵੈ, ਬਹੁਤਾ ਇਹ ਵਿਡਾਣ। ਅਸੀਂ ਇਸ ਕੈਟੇਗਰੀ 'ਚ ਨਹੀਂ ਆਉਣਾ ਕਿ ਸਾਨੂੰ ਅਕਾਲ ਪੁਰਖ ਦਾ ਕੀਤਾ ਜੋ ਸਾਨੂੰ ਉਹ ਸੰਭਾਲ ਰਿਹਾ ਹੈ, ਉਹਦਾ ਸਾਨੂੰ ਸੋਝੀ ਨਾ ਪ੍ਰਾਪਤ ਹੋਵੇ। ਕਿਉਂਕਿ ਇਹ ਜੋ ਤਿੰਨੇ ਦੇਵਤੇ ਹਨ, ਇਹਨਾਂ ਤਿੰਨਾਂ ਦੀ ਵੀ ਜੋ ਹੈ, ਇਹਨਾਂ ਤਿੰਨਾਂ ਵਿੱਚੋਂ ਇੱਕ ਵਿਸ਼ੇਸ਼ ਵੀ ਮੰਨਿਆ ਗਿਆ ਹੈ ਜੋ ਜੋਗੀਆਂ ਦੇ ਵਾਸਤੇ ਖਾਸ ਮਹਾਨਤਾ ਰੱਖਦਾ ਹੈ, ਉਹ ਹੈ ਸ਼ਿਵ ਜੀ। ਤਾਂ ਸ਼ਿਵ ਜੀ ਦਾ ਅਰਥ ਹੈ ਕਿ ਇਹ ਜੋਗੀ, ਉਸਨੂੰ ਆਦਿ ਯੋਗੀ ਵੀ ਕਹਿੰਦੇ। ਤੇ ਉਹਦੇ ਵਾਸਤੇ ਵੀ ਉਹਨਾਂ ਨੇ ਕਈ ਚੀਜ਼ਾਂ ਮੰਨੀਆਂ ਹੋਈਆਂ ਹਨ ਕਿ ਸ਼ਿਵ ਜੀ ਦਾ ਸਾਡੇ ਜੀਵਨ ਦੇ ਵਿੱਚ ਕੀ ਮਹੱਤਤਾ ਹੈ, ਔਰ ਅਸੀਂ ਉਹਨਾਂ ਤੋਂ ਕਿਸ ਤਰ੍ਹਾਂ ਜੋ ਹੈ ਉਹ ਅਸੀਂ ਮਤਲਬ ਅਸੀਂ ਉਹਨਾਂ ਦੀ ਸ਼ਰਧਾ ਕਿਉਂ ਅਸੀਂ ਉਹਨਾਂ ਦੇ ਵਿੱਚ ਸ਼ਰਧਾ ਕਿਉਂ ਰੱਖਣੀ ਹੈ ਸ਼ਿਵ ਜੀ ਦੇ ਵਿੱਚ, ਉਹ ਕੀ ਕਰਦੇ ਹਨ, ਉਹਨਾਂ ਦੀਆਂ ਦਾਤਾਂ ਕੀ ਹਨ, ਉਹ ਕਿਸ ਤਰ੍ਹਾਂ ਦਿੰਦੇ ਹਨ, ਉਹਨਾਂ ਦੇ ਵਾਸਤੇ ਜੋਗੀਆਂ ਦਾ ਖਾਸ ਵਿਸ਼ਵਾਸ ਹੈ। ਤੋ ਅਗਲੀ ਪੌੜੀ ਦੇ ਵਿੱਚ ਸਤਿਗੁਰੂ ਜੀ ਉਹਨਾਂ ਬਾਰੇ ਵੀ ਗੱਲ ਕਰਦੇ ਹਨ। ਆਸਣ, ਹਾਂਜੀ ਅੱਗੇ ਜੀ, ਆਸਣ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ। ਕਰ ਕਰ ਵੇਖੈ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ। ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਇੱਕ ਹੋਵੇ। ਹਾਂਜੀ, ਇਹ ਪੌੜੀ ਅਗਲੀ ਵੀਰ ਜੀ ਡਿਸਪਲੇ ਕਰ ਦਿਓ ਜੀ। ਆਸਣ ਲੋਏ ਲੋਏ ਭੰਡਾਰ। ਹੁਣ ਇੱਥੇ ਸ਼ਿਵ ਜੀ ਦੇ ਭੰਡਾਰਿਆਂ ਦਾ ਜ਼ਿਕਰ, ਕਿਉਂਕਿ ਸ਼ਿਵ ਜੀ ਨੂੰ ਭੰਡਾਰੀ ਵੀ ਕਿਹਾ ਜਾਂਦਾ ਹੈ। ਇਹ ਕਿਹਾ ਜਾਂਦਾ ਹੈ ਕਿ ਦਾਤਾਂ ਦੇ ਭੰਡਾਰੇ ਜਿਹੜੇ ਹਨ ਉਹ ਸ਼ਿਵ ਜੀ ਦੇ ਕੋਲ ਹਨ, ਐਸਾ ਯੋਗੀਆਂ ਦਾ ਮੰਨਣਾ ਹੈ। ਤੇ ਸਤਿਗੁਰੂ ਜੀ ਕਹਿੰਦੇ ਹਨ ਕਿ ਉਹਦੇ ਭੰਡਾਰੇ ਤਾਂ ਹਰ ਥਾਂ ਤੇ ਹਨ। ਉਹ ਹਰ ਥਾਂ ਤੇ ਜੀਵਾਂ ਨੂੰ ਪਾਲ ਰਿਹਾ ਹੈ, ਹਰ ਥਾਂ ਤੇ ਜੀਵਾਂ ਨੂੰ ਦਾਤਾਂ ਦੇ ਰਿਹਾ ਹੈ। ਸਾਰੇ ਲੋਕਾਂ ਦੇ ਵਿੱਚ ਜਿੰਨੇ ਲੋਕ ਹਨ, ਉੱਥੇ ਉਹਦੇ ਭੰਡਾਰੇ ਜਿਹੜੇ ਹਨ, ਉਹ ਆਸਣ ਉੱਥੇ ਹੈ ਉਹਨਾਂ ਦਾ, ਹਰ ਥਾਂ ਤੇ, ਹਰ ਲੋਕ ਦੇ ਵਿੱਚ ਆਸਣ ਹਰ ਥਾਂ ਤੇ ਮੌਜੂਦ ਹਨ। ਤੇ ਭੰਡਾਰੀ ਦੀ ਲੋੜ ਤਾਂ ਪੈਂਦੀ ਹੈ ਕਿ ਜਦੋਂ ਇੱਕ ਸਟੋਰ, ਇੱਕ ਭੰਡਾਰ ਭਰਿਆ, ਉਹ ਖਤਮ ਹੋ ਗਿਆ, ਤੇ ਭੰਡਾਰੀ ਹੋਏਗਾ, ਪਹਿਲਾਂ ਤਾਂ ਉਹ ਵੰਡੇਗਾ, ਤੇ ਫਿਰ ਭੰਡਾਰ ਨੂੰ ਭਰੇਗਾ, ਤੇ ਫਿਰ ਅੱਗੋਂ ਦੁਬਾਰਾ ਵੰਡਿਆ ਜਾਵੇਗਾ। ਸਤਿਗੁਰੂ ਜੀ ਕਹਿੰਦੇ ਹਨ ਕਿ ਭੰਡਾਰੀ ਦੀ ਤਾਂ ਲੋੜ ਹੀ ਨਹੀਂ ਹੈ, ਕਿਉਂਕਿ ਉਸ ਅਕਾਲ ਪੁਰਖ ਦੇ ਭੰਡਾਰੇ ਅਮੁੱਕ ਹਨ। ਉਹਨੇ ਜੋ ਆਪਣਾ ਹੁਕਮ ਦਿੱਤਾ, ਜੋ ਉਹਨੇ ਸਿਸਟਮ ਬਣਾਇਆ, ਜੋ ਉਹਦੀ ਰਜ਼ਾ ਹੈ, ਉਹਦੇ ਮੁਤਾਬਕ ਉਹ ਜੋ ਕਿਛ ਪਾਇਆ ਸੋ ਏਕਾ ਵਾਰ, ਉਹਦੇ ਮੁਤਾਬਕ ਹੀ ਸਾਰੇ ਕੰਮ ਚੱਲ ਰਹੇ ਹਨ। ਤੇ ਸਤਿਗੁਰੂ ਜੀ ਕਹਿ ਰਹੇ ਹਨ ਕਿ ਕਰ ਕਰ ਵੇਖੈ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ। ਹੁਣ ਇਹ ਜੋ ਸਿਸਟਮ ਹੈ, ਜੋ ਹੁਕਮ, ਇਹ ਉਹਦੀ ਰਜ਼ਾ ਜੋ ਚੱਲ ਰਹੀ ਹੈ ਪੂਰੇ ਸੰਸਾਰ ਦੇ ਵਿੱਚ, ਸਤਿਗੁਰੂ ਜੀ ਕਹਿੰਦੇ ਹਨ ਕਿ ਉਹ ਅਕਾਲ ਪੁਰਖ ਪੂਰੇ ਜਗਤ ਦੀ ਸੰਭਾਲ ਕਰ ਰਿਹਾ ਹੈ। ਸੱਚੇ ਭਾਵ ਸਦਾ ਸਥਿਰ ਰਹਿਣ ਵਾਲੇ ਪ੍ਰਭੂ ਦੀ ਸਾਚੀ ਕਾਰ, ਸਦਾ ਚੱਲਣ ਵਾਲੀ ਕਾਰ ਇਹੀ ਹੈ ਕਿ ਉਸ ਦੇ ਹੁਕਮ ਦੇ ਅਧੀਨ ਹੀ ਜੀਵਾਂ ਨੇ ਆਉਣਾ ਹੈ, ਉਹਨਾਂ ਦੀ ਪਾਲਣਾ ਹੋਣੀ ਹੈ, ਤੇ ਆਪਣਾ ਜੋ ਉਹਨਾਂ ਨੂੰ ਸਮਾਂ ਮਿਲਿਆ ਹੈ ਉਹ ਪੂਰਾ ਕਰਕੇ ਸਭ ਨੇ ਇੱਥੋਂ ਤੁਰ ਜਾਣਾ ਹੈ। ਤਾਂ ਸਤਿਗੁਰੂ ਜੀ ਨੇ ਇੱਥੇ ਜੋ ਉਪਦੇਸ਼ ਦਿੱਤਾ ਹੈ ਸਾਨੂੰ, ਉਹ ਜੋਗੀਆਂ ਦੇ ਸਿਧਾਂਤਾਂ ਦੀ ਟੇਕ ਲੈ ਕੇ ਦਿੱਤਾ ਹੈ। ਜਿਵੇਂ ਪਿੱਛੇ ਵੀ ਸਤਿਗੁਰੂ ਜੀ ਨੇ ਉਹਨਾਂ ਦੀਆਂ ਦੋ ਤਿੰਨ ਚੀਜ਼ਾਂ, ਦੋ ਤਿੰਨ ਸਿਧਾਂਤ ਉਹਨਾਂ ਦੇ ਜੋ ਸਨ, ਉਹ ਉਹਨਾਂ ਨੇ ਸਪਸ਼ਟ ਕੀਤੇ ਸਨ। ਇੱਕ ਤਾਂ ਮਨ ਜੀਤੈ ਜਗ ਜੀਤ, ਤੇ ਦੂਸਰਾ ਰਿੱਧ ਸਿੱਧ ਅਵਰਸ ਹਾਰ। ਇਸੇ ਤਰ੍ਹਾਂ ਹੀ ਇਹ ਜੋ ਅਖੀਰ ਤੇ ਪੰਕਤੀਆਂ ਹਨ, ਭਾਵੇਂ ਇਹਨਾਂ ਦੇ ਅਰਥ ਬੜੇ ਸਾਦੇ ਜਿਹੇ ਹਨ, ਪਰ ਇਹ ਉਹਨਾਂ ਦੇ
ਸਿਧਾਂਤਕ ਤੌਰ ਤੇ ਸਤਿਗੁਰੂ ਜੀ ਨੇ ਉਹਨਾਂ ਨੂੰ ਇੱਕ ਬੜੀ ਵੱਡੀ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਥੋੜਾ ਜਿਹਾ ਸਮਾਂ ਇਹਦੇ ਤੇ ਜ਼ਰੂਰ ਲੱਗੇਗਾ, ਮੈਂ ਮਾਫੀ ਮੰਗਦਾ, ਪਰ ਇਹ ਸਮਝਣ ਦੇ ਵਾਸਤੇ ਸਾਨੂੰ ਥੋੜਾ ਜਿਹਾ ਯਤਨ ਕਰਨਾ ਪਏਗਾ। ਸਤਿਗੁਰੂ ਜੀ ਕਹਿ ਰਹੇ ਹਨ ਕਿ ਆਦੇਸ਼ ਤਿਸੈ ਆਦੇਸ਼। ਆਦੇਸ਼ ਜੋਗੀਆਂ ਦਾ ਸ਼ਬਦ ਹੈ। ਜਦੋਂ ਕਿਸੇ ਨੂੰ ਮਿਲਦੇ ਹਨ, ਨਮਸਕਾਰ ਕਰਨੀ ਹੁੰਦੀ ਹੈ, ਜਿਵੇਂ ਅਸੀਂ ਫਤਿਹ ਬੁਲਾਉਂਦੇ ਹਾਂ, ਉਹ ਆਦੇਸ਼ ਕਰਦੇ, ਉਹ ਆਦੇਸ਼ ਕਹਿੰਦੇ ਹਨ। ਤੋ ਸਤਿਗੁਰੂ ਜੀ ਕਹਿ ਰਹੇ ਹਨ ਆਦੇਸ਼ ਤਿਸੈ ਆਦੇਸ਼। ਤਿਸੈ ਭਾਵ ਉਸ ਅਕਾਲ ਪੁਰਖ, ਤੇ ਨਾਲ ਉਹ ਅਕਾਲ ਪੁਰਖ ਦਾ ਸਰੂਪ ਬਿਆਨ ਕਰ ਰਹੇ ਹਨ। ਆਦ, ਉਹ ਅਕਾਲ ਪੁਰਖ ਜੋ ਸਭ ਦਾ ਆਦ ਹੈ। ਅਨੀਲ ਭਾਵ ਜਿਹੜਾ ਕਲੰਕ ਰਹਿਤ ਹੈ, ਜਿਹਨੂੰ ਮਾਇਆ ਤੋਂ ਰਹਿਤ ਹੈ, ਨਿਰੰਜਨ ਹੈ। ਅਨਾਦ ਭਾਵ ਜਿਸ ਦਾ ਕੋਈ ਮੁੱਢ ਨਹੀਂ ਹੈ। ਅਨਾਹਤ ਜਿਹਦਾ ਨਾਸ਼ ਨਹੀਂ ਹੁੰਦਾ। ਤੇ ਜੁਗ ਜੁਗ ਏਕੋ ਵੇਸ਼, ਉਹ ਹਮੇਸ਼ਾ ਉਸੇ ਸਰੂਪ ਦੇ ਵਿੱਚ ਹੀ ਰਹਿੰਦਾ ਹੈ। ਜੁਗ ਜੁਗ ਏਕੋ ਵੇਸ਼, ਉਹ ਇਹੀ ਉਹਦਾ ਸਰੂਪ ਹੈ ਔਰ ਇਹ ਸਦਾ ਰਹਿਣ ਵਾਲਾ ਸਰੂਪ ਹੈ। ਹੁਣ ਇੱਥੇ ਸਾਨੂੰ ਥੋੜਾ ਜਿਹਾ ਯੋਗ ਮਤ ਦੇ ਸਿਧਾਂਤਾਂ ਦੇ ਵਿੱਚ ਜਾਣਾ ਪਏਗਾ ਕਿ ਯੋਗ ਮਤ ਜੋ ਹੈ ਇਹ ਅਸਲ ਦੇ ਵਿੱਚ ਸਾਂਖ ਮਤ ਦਾ ਹੀ ਇੱਕ ਬਦਲਿਆ ਹੋਇਆ ਰੂਪ ਹੈ। ਜਦੋਂ ਅਸੀਂ ਸਾਂਖ ਮਤ ਦੀ ਸਟੱਡੀ ਕਰਦੇ ਹਾਂ, ਉਹਦਾ ਫਲਸਫਾ ਦੇਖਦੇ ਹਾਂ, ਤਾਂ ਸਾਂਖ ਮਤ ਦੇ ਪੂਰੇ ਫਲਸਫੇ ਦੇ ਵਿੱਚ ਕਿਤੇ ਉਹ ਪ੍ਰਭੂ ਦਾ, ਅਕਾਲ ਪੁਰਖ ਦਾ, ਈਸ਼ਵਰ ਦਾ, ਬ੍ਰਹਮ ਦਾ ਕਿਸੇ ਵੀ ਨਾਂ ਹੇਠ ਕੋਈ ਵੀ ਜ਼ਿਕਰ ਤੱਕ ਨਹੀਂ ਆਉਂਦਾ। ਭਾਵ ਉਹਨਾਂ ਨੂੰ ਆਪਣਾ ਪੂਰਾ ਫਲਸਫਾ ਦੇਣ ਦੀ ਵਿੱਚ ਕੋਈ ਐਸੀ ਸ਼ਕਤੀ, ਕੋਈ ਐਸੀ ਸੱਤਾ ਦੀ ਲੋੜ ਕਦੇ ਮਹਿਸੂਸ ਹੀ ਨਹੀਂ ਹੋਈ। ਉਹਨਾਂ ਨੇ ਜੋ ਉਹਨਾਂ ਦਾ ਫਲਸਫਾ ਹੈ ਉਹਦੇ ਵਿੱਚ ਪ੍ਰਭੂ ਵਾਸਤੇ, ਅਕਾਲ ਪੁਰਖ ਵਾਸਤੇ ਕੋਈ ਥਾਂ ਹੀ ਨਹੀਂ ਹੈ। ਨਾ ਉਹਨਾਂ ਨੇ ਇਹਦੇ ਬਾਰੇ ਹਾਂ ਕਿਹਾ, ਨਾ ਕਿਹਾ, ਉਹਨਾਂ ਨੇ ਇਹਦਾ ਜ਼ਿਕਰ ਤੱਕ ਹੀ ਨਹੀਂ ਕੀਤਾ। ਤੇ ਯੋਗ ਮਤ ਦਾ ਫਲਸਫਾ ਸਾਂਖ ਮਤ ਤੋਂ ਹੀ ਲਿਆ ਗਿਆ ਹੈ। ਉਹਦੇ ਵਿੱਚ ਕੇਵਲ ਇੱਕੋ ਬਦਲਾਅ ਉਹਨਾਂ ਨੇ ਕੀਤਾ ਕਿ ਉੱਥੇ ਉਹਨਾਂ ਨੇ ਪ੍ਰਭੂ ਦੀ ਗੱਲ ਨਹੀਂ ਸੀ ਕੀਤੀ, ਇਹ ਤੇ ਇਹਨਾਂ ਨੇ ਈਸ਼ਵਰ ਦੇ ਨਾਮ ਥੱਲੇ ਇੱਕ ਸੱਤਾ ਦੀ ਗੱਲ ਕੀਤੀ। ਇੱਥੋਂ ਤੱਕ ਇਹਨਾਂ ਦੀ ਸਾਂਝ ਹੈ ਕਿ ਕੁਝ ਵਿਦਵਾਨ ਸਾਂਖ ਮਤ ਨੂੰ ਨਿਰੀਸ਼ਵਰ ਸਾਂਖ ਭਾਵ ਬਿਨਾਂ ਈਸ਼ਵਰ ਦੇ ਵਿਚਾਰ ਵਾਲਾ ਸਾਂਖ, ਤੇ ਯੋਗ ਮਤ ਨੂੰ ਸ ਈਸ਼ਵਰ ਸਾਂਖ ਜਾਂ ਸੇਸ਼ਵਰ ਸਾਂਖ ਜੋ ਹੈ ਉਹ ਕਹਿ ਦਿੰਦੇ ਹਨ ਕਿ ਇਹ ਉਹ ਸਾਂਖ ਮਤ ਹੈ ਜਿਹਦੇ ਵਿੱਚ ਈਸ਼ਵਰ ਦੀ ਹੋਂਦ ਮੰਨੀ ਗਈ ਹੈ। ਤੇ ਈਸ਼ਵਰ ਤੋਂ ਅਸੀਂ ਇਹ ਅੰਦਾਜ਼ਾ ਲਗਾ ਲੈਂਦੇ ਹਾਂ ਕਿ ਸ਼ਾਇਦ ਉਹ ਇੱਕ ਪਰਮ ਸੱਤਾ ਨੂੰ ਮੰਨਦੇ ਹਨ, ਜਿਹਨੂੰ ਅਸੀਂ ਅਕਾਲ ਪੁਰਖ ਕਹਿੰਦੇ ਹਾਂ। ਪਰ ਯੋਗ ਮਤ ਦੀ ਜਿਹੜੇ ਯੋਗ ਸੂਤਰ ਪਤੰਜਲੀ ਜੀ ਦੇ ਹਨ, ਉਹਦੇ ਵਿੱਚ ਜਿੰਨੇ ਵੀ ਸੂਤਰ ਹਨ, ਕੇਵਲ 10, 15 ਜਾਂ 20 ਸੂਤਰ ਹੀ ਇਹੋ ਜਿਹੇ ਹਨ। ਸੂਤਰ ਤੋਂ ਭਾਵ ਆਪਾਂ ਇੱਥੇ ਸ਼ਲੋਕ ਤੋਂ ਲੈ ਲਈਏ, ਜਿਨ੍ਹਾਂ ਦੇ ਵਿੱਚ ਈਸ਼ਵਰ ਦਾ ਜ਼ਿਕਰ ਹੈ। ਤੇ ਵਿਦਵਾਨ ਇਹ ਕਹਿੰਦੇ ਹਨ ਕਿ ਇਹ ਜਿਹੜੇ ਸੂਤਰ ਹਨ, ਇਹਨਾਂ ਦਾ ਸੰਬੰਧ ਨਾ ਤਾਂ ਇਸ ਤੋਂ ਪਹਿਲੇ ਸੂਤਰਾਂ ਨਾਲ ਹੈ ਤੇ ਨਾ ਤਾਂ ਇਸ ਤੋਂ ਬਾਅਦ ਦੇ ਸੂਤਰਾਂ ਨਾਲ ਹੈ। ਅਜਿਹਾ ਕਈ ਵਿਦਵਾਨਾਂ ਦਾ ਵਿਚਾਰ ਹੈ ਵੀ ਇਹ ਬਿਲਕੁਲ ਟੁੱਟੇ ਜਿਹੇ ਹਨ। ਪਰ ਚਲੋ ਅਸੀਂ ਇਹਨਾਂ ਨੂੰ ਉਹਦਾ ਹਿੱਸਾ ਵੀ ਮੰਨ ਲਈਏ ਕਿ ਈਸ਼ਵਰ ਦਾ ਸਿਧਾਂਤ ਯੋਗ ਮਤ ਦਾ ਇੱਕ ਮੁੱਖ ਸਿਧਾਂਤ ਵੀ ਮੰਨ ਲਈਏ, ਤਾਂ ਫਿਰ ਆਪਾਂ ਇਸ ਗੱਲ ਤੇ ਜਾਈਏ ਕਿ ਈਸ਼ਵਰ ਦਾ ਜੋ ਸਿਧਾਂਤ ਹੈ ਉਹ ਯੋਗ ਮਤ ਦੇ ਵਿੱਚ ਹੈ ਕੀ ਹੈ। ਤਾਂ ਈਸ਼ਵਰ ਨੂੰ ਇੱਕ ਆਤਮਾ ਮੰਨਿਆ ਗਿਆ ਹੈ, ਜੋ ਬਾਕੀ ਆਤਮਾਵਾਂ ਨਾਲੋਂ ਇੱਕ ਉੱਚੀ ਆਤਮਾ ਹੈ, ਜਿਹੜੀ ਕਦੀ ਕਿਸੇ ਬੰਧਨ ਵਿੱਚ ਨਹੀਂ ਪੈਂਦੀ। ਔਰ ਉਹ ਕਰਦੀ ਕੀ ਹੈ, ਉਹਦਾ ਇੱਕੋ ਹੀ ਫੰਕਸ਼ਨ ਮੰਨਿਆ ਗਿਆ ਹੈ ਕਿ ਜਿਹੜਾ ਯੋਗੀ ਈਸ਼ਵਰ ਦੇ ਵਿੱਚ ਸ਼ਰਧਾ ਰੱਖਦਾ ਹੈ, ਤਾਂ ਉਹਨੂੰ ਯੋਗ ਮਤ ਦੀ ਸਾਧਨਾ ਦੇ ਵਿੱਚ ਜੋ ਵੀ ਔਕੜਾਂ ਆ ਰਹੀਆਂ ਹੁੰਦੀਆਂ ਹਨ, ਉਹ ਈਸ਼ਵਰ ਦੂਰ ਕਰ ਦਿੰਦਾ ਹੈ। ਇਸ ਕਰਕੇ ਈਸ਼ਵਰ ਦੇ ਉੱਤੇ ਟੇਕ ਰੱਖ ਕੇ ਜਦੋਂ ਕੋਈ ਯੋਗੀ ਆਪਣੀ ਸਾਧਨਾ ਕਰਦਾ ਹੈ ਤੇ ਉਹਨੂੰ ਪ੍ਰਾਪਤੀਆਂ ਜਲਦੀ ਹੋ ਜਾਂਦੀਆਂ। ਹੁਣ ਇਹ ਸਿਧਾਂਤ ਜੋ ਆਪ ਜੀ ਨੂੰ ਦੱਸਿਆ ਹੈ ਉਹ ਈਸ਼ਵਰ ਦਾ ਸਿਧਾਂਤ ਹੈ। ਤੇ ਜਦੋਂ ਅਸੀਂ ਅਕਾਲ ਪੁਰਖ ਦਾ ਸਿਧਾਂਤ ਜੋ ਸਤਿਗੁਰੂ ਜੀ ਨੇ ਸਾਨੂੰ ਮੂਲ ਮੰਤਰ ਦੇ ਵਿੱਚ ਦਿੱਤਾ ਹੈ, ਉਹਦੇ ਸਾਹਮਣੇ ਇਸ ਸਿਧਾਂਤ ਨੂੰ ਰੱਖ ਕੇ ਦੇਖੀਏ ਤਾਂ ਸਾਨੂੰ ਜੋ ਫਰਕ ਹੈ ਉਹ ਸਾਫ਼ ਨਜ਼ਰ ਆ ਜਾਵੇਗਾ। ਉਸ ਈਸ਼ਵਰ ਨੂੰ ਅਨਾਦਿ ਮੰਨਿਆ ਗਿਆ ਹੈ, ਪਰ ਉਹ ਈਸ਼ਵਰ ਜੋ ਹੈ ਉਹਨੂੰ ਕਲੰਕ ਰਹਿਤ ਵੀ ਮੰਨਿਆ ਗਿਆ ਹੈ ਔਰ ਸਦਾ ਰਹਿਣ ਵਾਲਾ ਵੀ ਮੰਨਿਆ ਗਿਆ ਹੈ। ਇਹ ਵੀ ਨਾਲ ਉਹਨਾਂ ਨੇ ਮੰਨਿਆ ਹੈ। ਪਰ ਉਹ ਈਸ਼ਵਰ ਨਾ ਤਾਂ ਜਗਤ ਨੂੰ ਬਣਾਉਣ ਵਾਲਾ ਹੈ, ਨਾ ਜਗਤ ਨੂੰ ਪਾਲਣ ਵਾਲਾ ਹੈ, ਨਾ ਜਗਤ ਨੂੰ ਨਾਸ਼ ਕਰਨ ਵਾਲਾ ਹੈ, ਨਾ ਜਗਤ ਦਾ ਨਿਆਂ ਕਰਨ ਵਾਲਾ ਹੈ। ਉਹ ਸਿਰਫ ਯੋਗੀਆਂ ਦੀ ਮਦਦ ਕਰਨ ਵਾਲਾ ਈਸ਼ਵਰ ਹੈ।
ਹੁਣ ਜੇ ਇਹ ਆਖਰੀ ਪੰਕਤੀ ਵੱਲ ਅਸੀਂ ਦੇਖੀਏ ਤੇ ਇਹਦੇ ਵਿੱਚ ਜੋ ਅਨੀਲ ਸ਼ਬਦ ਹੈ, ਅਨਾਦ ਹੈ, ਅਨਾਹਤ ਹੈ, ਇਹ ਤਿੰਨੋਂ ਸ਼ਬਦ ਉਹ ਈਸ਼ਵਰ ਵਾਸਤੇ ਵਰਤਦੇ ਹਨ। ਪਰ ਸਤਿਗੁਰੂ ਜੀ ਨੇ ਉਹਨਾਂ ਦੇ ਇਸ ਵਿਸ਼ਵਾਸ ਨੂੰ ਬਦਲ ਕੇ ਇੱਕ ਸ਼ਬਦ ਦੇ ਨਾਲ ਜਦੋਂ ਉਹਨਾਂ ਨੇ ਅੱਗੇ ਆਦ ਲਗਾ ਦਿੱਤਾ, ਤਾਂ ਆਦ ਦਾ ਅਰਥ ਹੈ, ਆਦ ਦਾ ਅਰਥ ਇਹ ਹੈ ਕਿ ਉਹ ਅਕਾਲ ਪੁਰਖ ਜੋ ਸਾਰਿਆਂ ਦਾ ਆਦ ਹੈ, ਜੋ ਮੂਲ ਹੈ ਸਭ ਦਾ। ਤਾਂ ਸਤਿਗੁਰੂ ਜੀ ਨੇ ਇੱਥੇ ਉਹਨਾਂ ਨੂੰ ਇਹ ਸਮਝਾਇਆ ਹੈ ਕਿ ਭਾਈ ਜਿਸ ਢੰਗ ਦੇ ਨਾਲ ਤੁਸੀਂ ਈਸ਼ਵਰ ਦੇ ਵਿੱਚ ਯਕੀਨ ਰੱਖਦੇ ਹੋ, ਉਹ ਅਕਾਲ ਪੁਰਖ ਦੇ ਵਿੱਚ ਯਕੀਨ ਰੱਖੋ ਜੋ ਸਾਰਿਆਂ ਦਾ ਮੁੱਢ ਹੈ। ਤਾਂ ਇਹ ਜੋ ਸਾਨੂੰ ਉਪਦੇਸ਼ ਨਾਲ ਸਾਨੂੰ ਵੀ ਹੈ, ਜੋਗੀਆਂ ਨੂੰ ਵੀ ਹੈ, ਜੋਗੀਆਂ ਦਾ ਉਹਨਾਂ ਨੇ ਸ਼ੰਕਾ ਨਿਵਰਤ ਕੀਤਾ ਹੈ ਕਿ ਜਿਸ ਤਰ੍ਹਾਂ ਤੁਸੀਂ ਆਪਣੀ ਭਗਤੀ ਕਰ ਰਹੇ ਹੋ, ਤੁਸੀਂ ਆਪਣੀ ਸਾਧਨਾ ਕਰ ਰਹੇ ਹੋ, ਉਹ ਸਾਧਨਾ ਤੁਹਾਨੂੰ ਕਿਸੇ ਨਤੀਜੇ ਤੱਕ ਨਹੀਂ ਲਿਜਾ ਸਕਦੀ। ਤੁਹਾਨੂੰ ਉਸ ਅਕਾਲ ਪੁਰਖ ਦੇ ਨਾਲ ਜੁੜਨ ਦੀ ਲੋੜ ਹੈ ਜੋ ਸਾਰਿਆਂ ਦਾ ਆਦ ਹੈ ਔਰ ਜੋ ਸਦਾ ਜੁਗ ਜੁਗ ਏਕੋ ਵੇਸ, ਜੋ ਹਮੇਸ਼ਾ ਹੀ ਐਸਾ ਰਹਿੰਦਾ ਹੈ। ਆਦੇਸ਼ ਤਿਸੈ ਆਦੇਸ਼। ਤੁਸੀਂ ਹੁਣ ਕਿਸੇ ਸ਼ਿਵ ਨੂੰ ਜਾਂ ਈਸ਼ਵਰ ਨੂੰ ਆਦੇਸ਼ ਨਹੀਂ ਕਰੋ, ਉਸ ਅਕਾਲ ਪੁਰਖ ਨੂੰ ਆਦੇਸ਼ ਕਰੋ, ਉਹਦੇ ਅੱਗੇ ਨਮਸਕਾਰ ਕਰੋ ਜੋ ਸਾਰਿਆਂ ਨੂੰ ਰਚਣ ਵਾਲਾ ਹੈ, ਸਾਰਿਆਂ ਨੂੰ ਪਾਲਣ ਵਾਲਾ ਹੈ, ਜੋ ਸਾਰਿਆਂ ਨੂੰ ਨਿਆਂ ਦੇਣ ਵਾਲਾ ਹੈ। ਔਰ ਉਹ ਹਮੇਸ਼ਾ ਸਦਾ ਤੋਂ ਜਦੋਂ ਤੋਂ ਇਸ ਸ੍ਰਿਸ਼ਟੀ ਦਾ ਆਰੰਭ ਹੋਇਆ ਹੈ, ਉਹ ਅਕਾਲ ਪੁਰਖ ਹੀ ਸਭ ਦਾ ਰਚਣ ਵਾਲਾ ਹੈ। ਇਹ ਸਤਿਗੁਰੂ ਜੀ ਨੇ ਵੱਡਾ ਉਪਦੇਸ਼ ਦਿੱਤਾ ਹੈ ਔਰ ਇਹੀ ਉਪਦੇਸ਼ ਇਹਨਾਂ 4 ਜੋ ਪੌੜੀਆਂ ਹਨ ਉਹਦੇ ਵਿੱਚ ਸਾਡੇ ਲਈ ਵੀ ਮੁੱਖ ਉਪਦੇਸ਼ ਹੈ ਕਿ ਅਸੀਂ ਉਸ ਅਕਾਲ ਪੁਰਖ ਦੇ ਨਾਲ ਜੁੜਨਾ ਹੈ। ਇਹ ਨਹੀਂ ਹੋਵੇ ਕਿ ਅਸੀਂ ਕਿਸੇ ਭੁਲੇਖੇ ਦੇ ਕਾਰਨ ਇਸ ਜਗਤ ਦੇ ਸਾਡਾ ਜਿਹੜਾ ਵਰਲਡ ਵਿਊ ਹੈ, ਜਿਸ ਤਰ੍ਹਾਂ ਅਸੀਂ ਇਸ ਜਗਤ ਨੂੰ ਦੇਖਦੇ ਹਾਂ, ਉਹਦੇ ਵਿੱਚ ਅਸੀਂ ਕਿਤੇ ਜੋਗੀਆਂ ਦੇ ਵਾਂਗ ਉਹ 3 ਦੇਵਤਿਆਂ ਵਾਲੀ ਕਹਾਣੀ ਦੇ ਵਿੱਚ ਪੈ ਜਾਈਏ। ਸਤਿਗੁਰੂ ਜੀ ਕਹਿੰਦੇ ਹਨ ਉਹ ਮਾਇਆ ਦੀ ਉਪਜ ਹਨ, ਏਕਾ ਮਾਈ ਜੁਗਤ ਵਿਆਈ। ਇਹ ਉਹ ਅਕਾਲ ਪੁਰਖ ਦੇ ਨਾਲ ਇਹਨਾਂ ਦਾ ਕੋਈ ਸੰਬੰਧ ਨਹੀਂ ਹੈ, ਸਾਡਾ ਕੋਈ ਸੰਬੰਧ ਨਹੀਂ ਹੈ। ਇਹ ਲੋਕਾਂ ਦੀ ਕਲਪਨਾ ਦੀ ਉਪਜ ਹੈ, ਇਮੈਜਿਨਰੀ ਚੀਜ਼ਾਂ ਨੇ, ਇਹਨਾਂ ਦੀ ਹੋਣ ਦਾ ਅਸਲੀਅਤ ਦੇ ਵਿੱਚ ਕੁਝ ਨਹੀਂ ਹੈ। ਸਿੱਖ ਨੇ ਉਸ ਅਕਾਲ ਪੁਰਖ ਦੇ ਨਾਲ ਜੁੜਨਾ ਹੈ, ਨਮਸਕਾਰ ਕਰਨੀ ਹੈ ਤੇ ਅਕਾਲ ਪੁਰਖ ਨੂੰ ਕਰਨੀ ਹੈ, ਹੋਰ ਕਿਸੇ ਭੁਲੇਖੇ ਦੇ ਵਿੱਚ ਨਹੀਂ ਪੈਣਾ। ਇਹ ਇਹਨਾਂ 4 ਪੌੜੀਆਂ ਦੇ ਵਿੱਚ ਜੋ ਉਪਦੇਸ਼ ਸਤਿਗੁਰੂ ਜੀ ਨੇ ਜੋਗੀਆਂ ਨੂੰ ਦਿੱਤੇ ਸਨ, ਉਹ ਜਿਹੜੇ ਉਪਦੇਸ਼ ਹਨ ਉਹ ਸਾਡੇ ਲਈ ਵੀ ਉਨੇ ਹੀ ਰੈਲੇਵੈਂਟ ਹਨ, ਉਨੇ ਹੀ ਲਾਗੂ ਹੋਣੇ ਚਾਹੀਦੇ ਹਨ ਜਿਵੇਂ ਕਿ ਅਸੀਂ ਜਿੰਨੇ ਕਿ ਇਹ ਜੋਗੀਆਂ ਦੇ ਵਾਸਤੇ ਹਨ। ਤਾਂ ਆਓ ਅਗਲੀ ਪੌੜੀ ਦੇ ਉੱਤੇ ਚਲੀਏ। ਇੱਕ ਦੂ ਜੀਭੋਂ ਲੱਖ ਹੋਏ, ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਆਖੀਐ, ਏਕ ਨਾਮ ਜਗਦੀਸ਼। ਏਤ ਰਾਹ ਪਤ ਪੌੜੀਆਂ ਚੜੀਐ ਹੋਏ 21, ਸੁਣ ਗੱਲਾਂ ਆਕਾਸ਼ ਕੀ, ਕੀਟਾਂ ਆਈ ਰੀਸ। ਨਾਨਕ ਨਦਰੀ ਪਾਈਐ, ਕੂੜੀ ਕੂੜੈ ਠੀਸ। ਸਤਿਗੁਰੂ ਜੀ ਦਾ ਇਸ ਪੌੜੀ ਦੇ ਵਿੱਚ ਮੁੱਖ ਉਪਦੇਸ਼ ਕੀ ਹੈ? ਨਾਨਕ ਨਦਰੀ ਪਾਈਐ, ਉਸ ਅਕਾਲ ਪੁਰਖ ਦੇ ਪ੍ਰਾਪਤੀ ਦਾ, ਜਾਂ ਇਉਂ ਕਹਿ ਲਓ ਸਚਿਆਰ ਬਣਨ ਦਾ, ਜਾਂ ਇਉਂ ਕਹਿ ਲਓ ਕਿ ਉਸ ਅਕਾਲ ਪੁਰਖ ਦੇ ਨੇੜੇ ਹੋਣ ਦਾ। ਕਿ ਨੇੜਾ ਕਿ ਦੂਰ ਦੀ ਗੱਲ ਆਈ ਹੈ ਜਿਵੇਂ ਅੱਗੇ ਚੱਲ ਕੇ। ਤਾਂ ਉਸ ਦੇ ਨਾਲ ਜੁੜਨ ਦਾ ਭਾਵ, ਉਹਨੂੰ ਪਾਉਣ ਦਾ, ਸਚਿਆਰ ਬਣਨ ਦਾ, ਉਹਨੂੰ ਹਿਰਦੇ ਵਿੱਚ ਵਸਾਉਣ ਦਾ, ਉਹਦੀ ਹਜ਼ੂਰੀ ਦਾ ਜੀਵਨ ਜੀਣ ਦਾ, ਉਹਦੇ ਹੁਕਮ ਵਿੱਚ ਜੀਵਨ ਜੀਣ ਦਾ ਜਿਹੜਾ ਕੰਮ ਹੈ, ਉਹ ਉਸ ਦੀ ਮਿਹਰ ਦੇ ਨਾਲ ਹੀ ਪ੍ਰਾਪਤ ਹੋ ਸਕਦਾ ਹੈ। ਨਦਰੀ ਪਾਈ ਹੈ। ਤੋ ਸਾਡਾ ਕਰਮ ਕੀ ਹੋਣਾ ਚਾਹੀਦਾ ਹੈ, ਸਾਡਾ ਉਦਮ ਕੀ ਹੋਣਾ ਚਾਹੀਦਾ ਹੈ ਕਿ ਅਸੀਂ ਆਪਣਾ ਜੀਵਨ ਐਸਾ ਬਣਾਈਏ ਕਿ ਉਹ ਅਕਾਲ ਪੁਰਖ ਦੀ ਮਿਹਰ ਦੇ ਪਾਤਰ ਬਣ ਸਕੀਏ। ਅਸੀਂ ਐਸੇ ਕਰਮ ਕਰੀਏ ਕਿ ਪ੍ਰਭੂ ਸਾਨੂੰ ਚੰਗਾ ਸਮਝੇ, ਆਪਣੇ ਨੇੜੇ ਕਰ ਲਵੇ। ਤੋ ਇਹ ਜੋ ਜੀਵਨ ਹੈ, ਇਹ ਹੁਕਮ ਦਾ ਜੀਵਨ ਹੈ, ਉਹਦੀ ਰਜ਼ਾ ਦੇ ਵਿੱਚ ਜੀਣ ਦਾ ਜੀਵਨ ਹੈ। ਜਿਵੇਂ ਸਤਿਗੁਰੂ ਜੀ ਨੇ ਪਹਿਲੀ ਪੌੜੀ 'ਚ ਹੀ ਸਾਨੂੰ ਸਮਝਾ ਦਿੱਤਾ ਸੀ ਕਿ ਜਦ ਤੱਕ ਹੁਕਮ ਦਾ ਜੀਵਨ ਨਹੀਂ ਜੀਂਦੇ, ਉਹੀ ਇੱਕੋ ਇੱਕ ਰਸਤਾ ਹੈ ਉਸ ਅਕਾਲ ਪੁਰਖ ਦੇ ਨੇੜੇ ਹੋਣ ਦਾ, ਅਕਾਲ ਪੁਰਖ ਨੂੰ ਹਿਰਦੇ ਵਿੱਚ ਵਸਾਉਣ ਦਾ, ਉਹਦੀ ਹਜ਼ੂਰੀ ਦੇ ਜੀਵਨ ਜੀਣ ਦਾ। ਕਿ ਜਦ ਤੱਕ ਅਸੀਂ ਉਸ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਨਹੀਂ ਚੱਲਦੇ, ਉਦੋਂ ਤੱਕ ਇਹ ਗੱਲ ਨਹੀਂ ਬਣ ਸਕਦੀ। ਔਰ ਇਹ ਇੱਕੋ ਹੀ ਰਸਤਾ ਹੈ, ਸ਼ੁਰੂ ਤੋਂ ਹੀ ਇਹ ਇੱਕੋ ਹੀ ਰਸਤਾ ਚੱਲਿਆ ਆ ਰਿਹਾ। ਇਸ ਤੋਂ ਇਲਾਵਾ ਕੋਈ ਹੋਰ ਰਸਤਾ ਨਾ ਬਣਿਆ ਹੈ ਤੇ ਨਾ ਕੋਈ ਹੋਰ ਰਸਤਾ ਹੈ।
ਤੋ ਸਤਿਗੁਰੂ ਜੀ ਨੇ ਇਹ ਕਿਹਾ ਹੈ ਕਿ ਅਸੀਂ ਉਹਦੇ ਹੁਕਮ ਦੇ ਵਿੱਚ ਜੀ ਕੇ ਉਹਦੀ ਨਦਰ ਦੀ ਪ੍ਰਾਪਤੀ ਕਰਨੀ ਹੈ। ਤੇ ਦੂਜੀ ਜੋ ਤੀਜੀ ਪੰਕਤੀ ਦੇ ਵਿੱਚ ਸਤਿਗੁਰੂ ਜੀ ਨੇ ਕਿਹਾ ਹੈ ਕਿ ਏਤ ਰਾਹ ਪਤ ਪਵੜੀਆਂ ਚੜੀਐ ਹੋਏ 21, ਕਿ ਜੇ ਅਕਾਲ ਪੁਰਖ ਨਾਲ ਮਿਲਾਪ ਦੇ ਉਹਦੇ ਨੇੜੇ ਹੋਣ ਦੇ ਰਸਤੇ ਤੇ ਚੱਲਣਾ ਹੈ ਤਾਂ ਇਹਦੇ ਲਈ ਜਿਹੜੀਆਂ ਸਾਨੂੰ ਪੌੜੀਆਂ ਤੇ ਚੜ੍ਹਨਾ ਪੈਣਾ ਹੈ, ਜਿਹੜੇ ਕਦਮ ਸਾਨੂੰ ਚੁੱਕਣੇ ਪੈਣੇ ਹਨ, ਉਹ ਕਦਮ ਤਾਂ ਹੀ ਚੁੱਕੇ ਜਾ ਸਕਦੇ ਹਨ। ਚੜ੍ਹੀ ਹੈ ਭਾਵ ਉਹ ਤਾਂ ਚੜ੍ਹ ਸਕੀਦੇ ਹਨ, ਉਹ ਪੌੜੀਆਂ ਤਾਂ ਚੜ੍ਹ ਸਕੀਦੀਆਂ ਹਨ ਜੇ ਹੋਏ 21 ਉਸ ਅਕਾਲ ਦੇ ਨਾਲ ਇੱਕ ਰੂਪ ਹੋ ਜਾਈਏ, ਭਾਵ ਉਹਨੂੰ ਹਿਰਦੇ ਵਿੱਚ ਵਸਾ ਲਈਏ। ਸਾਡੇ ਹਿਰਦੇ ਵਿੱਚ ਇੱਕ ਰੂਪ ਹੋਣ ਦਾ ਅਰਥ ਹੀ ਇਹ ਹੁੰਦਾ ਹੈ ਕਿ ਦੋਵਾਂ ਦੇ ਵਿੱਚ ਫਰਕ ਮਿਟ ਗਿਆ। ਉਸ ਅਕਾਲ ਪੁਰਖ ਪ੍ਰਭੂ ਦੇ ਨਾਲ ਇੱਕ ਰੂਪ ਹੋ ਜਾਏਗੀ। ਇੱਕ ਰੂਪ ਹੋਣ ਦਾ ਰਸਤਾ ਕੀ ਹੈ? ਸਤਿਗੁਰੂ ਜੀ ਨੇ ਸਾਨੂੰ ਬਾਰ-ਬਾਰ ਦੱਸਿਆ ਕਿ ਉਹਦੇ ਹੁਕਮ ਵਿੱਚ ਚੱਲਣਾ। ਤੇ ਜਿਹੜਾ ਇੱਕ ਰੂਪ ਹੋਇਆ ਹੁੰਦਾ ਹੈ ਉਹਦੀ ਅਵਸਥਾ ਕੀ ਹੁੰਦੀ ਹੈ? ਜਿਹਦੇ ਹਿਰਦੇ ਵਿੱਚ ਅਕਾਲ ਪੁਰਖ ਵਸ ਰਿਹਾ ਹੈ ਔਰ ਉਸ ਅਕਾਲ ਪੁਰਖ ਦੀ ਹਜ਼ੂਰੀ ਦੇ ਵਿੱਚ ਕੋਈ ਜੀਵਨ ਜੀ ਰਿਹਾ ਹੈ, ਤਾਂ ਉਸ ਨੂੰ ਤਾਂ ਅਕਾਲ ਪੁਰਖ ਕਦੀ ਵਿਸਰ ਹੀ ਨਹੀਂ ਸਕਦਾ, ਵਾਹਿਗੁਰੂ ਕਦੀ ਵਿਸਰ ਹੀ ਨਹੀਂ ਸਕਦਾ। ਉਹਦੀ ਤਾਂ ਅਵਸਥਾ ਇਹੋ ਜਿਹੀ ਬਣ ਜਾਂਦੀ ਹੈ ਕਿ ਜਿਸ ਤਰ੍ਹਾਂ ਅਸੀਂ ਗੁਰਬਾਣੀ ਦੇ ਵਿੱਚ ਅਨੇਕਾਂ ਥਾਵਾਂ ਤੇ ਸਤਿਗੁਰੂ ਜੀ ਨੇ ਬਿਆਨ ਕੀਤਾ ਹੈ, ਸਾਸ ਗਿਰਾਸ ਨਾ ਵਿਸਰਨ ਦੀ ਗੱਲ ਕੀਤੀ ਹੈ, ਜਾਂ ਆਠ ਪਹਿਰ ਪ੍ਰਭ ਕੇ ਗੁਣ ਗਾਓ, ਇਹ ਗੱਲ ਕੀਤੀ ਹੈ ਸਤਿਗੁਰੂ ਜੀ ਨੇ ਕਿ ਫਿਰ ਜਦੋਂ ਉਹਦੀ ਹਜ਼ੂਰੀ ਦਾ ਜੀਵਨ ਹੈ ਤਾਂ ਫਿਰ ਹਰ ਵੇਲੇ ਸਾਨੂੰ ਉਹੀ ਯਾਦ ਆਏਗਾ, ਉਹਦੇ ਹੀ ਗੁਣ, ਉਹਦਾ ਹੀ ਨਾਮ ਸਾਡੀ ਰਸਨਾ ਤੋਂ ਨਿਕਲੇਗਾ। ਸਾਸ ਸਾਸ ਸਿਮਰੋ ਗੋਬਿੰਦ, ਇਹ ਸਾਰੀਆਂ ਪੰਕਤੀਆਂ ਔਰ ਇਸ ਤੋਂ ਇਲਾਵਾ ਅਨੇਕਾਂ ਹੋਰ ਥਾਵਾਂ ਤੇ ਸਤਿਗੁਰੂ ਜੀ ਨੇ ਬਾਰ-ਬਾਰ ਕਿਹਾ ਹੈ ਕਿ ਜਿਹੜਾ ਉਸ ਪ੍ਰਭੂ ਨਾਲ ਜੁੜਿਆ ਹੋਇਆ ਮਨੁੱਖ ਹੈ, ਜਿਹਦਾ ਮਨ ਚਿੱਤ ਸਭ ਕੁਝ ਉਸ ਅਕਾਲ ਪੁਰਖ ਦੇ ਨਾਲ ਜੁੜ ਗਿਆ ਹੈ, ਉਹਦੇ ਤਾਂ ਰਸਨਾ ਤੋਂ ਤਾਂ ਕੀ, ਉਹਦੇ ਰੋਮ ਰੋਮ ਦੇ ਵਿੱਚੋਂ ਅਕਾਲ ਪੁਰਖ ਪ੍ਰਗਟ ਹੁੰਦਾ ਹੈ। ਤਾਂ ਉਹਦੀ ਰਸਨਾ ਤੋਂ ਤਾਂ ਹਰ ਵੇਲੇ ਅੱਠੇ ਪਹਿਰ ਇੱਕ ਤੇਲ ਵਹਿ ਦੇ ਅਵਸਥਾ ਦੇ ਮੁਤਾਬਕ ਉਹਨਾਂ ਦੀ ਰਸਨਾ ਤੋਂ ਹੀ ਜੋ ਹੈ ਉਹ ਅਕਾਲ ਪੁਰਖ ਦਾ ਨਾਮ ਹੀ ਪ੍ਰਗਟ ਹੁੰਦਾ ਹੈ। ਤਾਂ ਸਤਿਗੁਰੂ ਜੀ ਕਹਿ ਰਹੇ ਹਨ ਕਿ ਉਸ ਅਕਾਲ ਪੁਰਖ ਨੂੰ ਪਾਉਣ ਲਈ ਉਹਦੀ ਨਦਰ ਦੇ ਪਾਤਰ ਬਣਨਾ ਹੈ, ਉਹਦੀ ਮਿਹਰ ਦੇ ਪਾਤਰ ਬਣਨਾ ਹੈ, ਔਰ ਉਹਦੇ ਨਾਲ ਇੱਕ ਰੂਪ ਹੋ ਜਾਣਾ ਹੀ, ਉਹਦੇ ਨੇੜੇ ਹੋ ਜਾਣਾ, ਉਹਦੇ ਵਰਗੇ ਬਣ ਜਾਣਾ, ਔਰ ਉਹਦੇ ਨਾਲ ਇੱਕ ਰੂਪ ਹੋ ਕੇ ਉਹ ਬਣ ਜਾਣਾ, ਉਹਦਾ ਸਦਾ ਉਹਨੂੰ ਯਾਦ ਰੱਖਣਾ, ਉਹਦੀ ਹਜ਼ੂਰੀ ਦੇ ਵਿੱਚ ਰਹਿਣਾ, ਇਹੀ ਉਹ ਰਸਤਾ ਹੈ ਜਿਹਦੇ ਨਾਲ ਅਸੀਂ ਉਸ ਅਕਾਲ ਪੁਰਖ ਦੇ ਦਰ ਤੇ ਪਹੁੰਚ ਸਕਦੇ ਹਾਂ। ਪਰ ਇਹ ਚੀਜ਼ ਜੋ ਹੈ ਇਹ ਇੱਕ ਆਨੰਦ ਦੀ ਅਵਸਥਾ ਹੈ। ਜਦੋਂ ਕਿਸੇ ਅਕਾਲ ਪੁਰਖ ਨਾਲ ਜੁੜੇ ਹੋਏ ਮਨੁੱਖ ਦੇ ਜ਼ੁਬਾਨ ਤੋਂ ਵਾਹਿਗੁਰੂ ਦਾ ਨਾਮ ਨਿਕਲਦਾ ਹੈ, ਇਹ ਉਹਦੀ ਆਨੰਦ ਦੀ ਅਵਸਥਾ ਹੈ, ਵਿਗਾਸ ਦੀ ਅਵਸਥਾ ਹੈ, ਵਿਸਮਾਦ ਦੀ ਅਵਸਥਾ ਹੈ। ਪਰ ਜੇ ਕੋਈ ਮੇਰੇ ਵਰਗਾ ਛੋਟੀ ਸਮਝ ਵਾਲਾ ਵਿਅਕਤੀ ਆਵੇ ਤੇ ਉਹ ਤਾਂ ਇਹੀ ਸਮਝ ਕੇ ਬਹਿ ਜਾਏਗਾ ਕਿ ਸ਼ਾਇਦ ਜ਼ੁਬਾਨ ਤੋਂ ਬਾਰ-ਬਾਰ ਬੋਲ ਕੇ ਤੇ ਅਸੀਂ ਅਕਾਲ ਪੁਰਖ ਨੂੰ ਮਿਲ ਸਕਦੇ ਹਾਂ। ਤੇ ਫਿਰ ਮੈਂ ਕੀ ਕਰਾਂਗਾ? ਇੱਕ ਦੂ ਜੀਭੋਂ ਲੱਖ ਹੋਏ ਲੱਖ ਵੀਸ, ਲੱਖ ਲੱਖ ਗੇੜਾ ਆਖੀਆਂ ਏਕ ਨਾਮ ਜਗਦੀਸ਼। ਮੈਂ ਸਮਝਾਂਗਾ ਕਿ ਸ਼ਾਇਦ ਮੇਰੇ ਅੰਦਰ ਨਾ ਵਿਗਾਸ ਹੈ, ਨਾ ਆਨੰਦ ਹੈ, ਨਾ ਕੁਛ ਹੋਰ ਹੈ, ਪਰ ਮੈਂ ਹਠ ਕਰਕੇ ਉਸ ਅਕਾਲ ਪੁਰਖ ਨੂੰ ਲੱਖ ਲੱਖ ਗੇੜਾ ਆਖੀਆਂ ਦੇ ਅਸੂਲ ਦੇ ਮੁਤਾਬਕ ਉਸ ਹਠ ਦੇ ਨਾਲ ਮੈਂ ਉਸ ਅਕਾਲ ਪੁਰਖ ਦਾ ਗਿਣ ਗਿਣ ਕੇ ਬਾਰ-ਬਾਰ ਹਰ ਰੋਜ਼ ਕਿੰਨੀ ਵਾਰੀ ਕਰਨਾ, ਇਹ ਸਾਰਾ ਕੁਝ ਕਰਕੇ ਤੇ ਮੈਂ ਸਮਝਾਂ ਕਿ ਮੈਂ ਵੀ ਉਹਨਾਂ ਵਰਗਾ ਹੀ, ਉਹਨਾਂ ਵਡਭਾਗੇ ਬੰਦਿਆਂ ਵਰਗਾ ਹੀ ਬਣ ਸਕਦਾ ਹਾਂ, ਜਿਨ੍ਹਾਂ ਦੇ ਅੰਦਰ ਆਨੰਦ ਹੈ, ਜਿਨ੍ਹਾਂ ਦੇ ਅੰਦਰ ਵਿਸਮਾਦ ਹੈ, ਵਿਗਾਸ ਹੈ। ਤਾਂ ਸਤਿਗੁਰੂ ਜੀ ਕਹਿੰਦੇ ਹਨ ਕਿ ਇਹ ਸੋਚ ਲੈਣਾ ਕਿਸੇ ਐਸੇ ਵਿਅਕਤੀ ਦਾ, ਇਹ ਬਿਲਕੁਲ ਇਉਂ ਹੀ ਹੈ ਜਿਵੇਂ ਕਿ ਸੁਣ ਗੱਲਾਂ ਆਕਾਸ਼ ਕੀ, ਕੀਟਾਂ ਆਈ ਹੋਈ। ਬਈ ਇੱਕ ਧਰਤੀ ਤੇ ਰਿੰਗਣ ਵਾਲਾ ਕੀੜਾ ਇਹ ਸਮਝ ਲਏ ਕਿ ਮੈਂ ਵੱਡੇ ਵੱਡੇ ਪੰਛੀਆਂ ਵਾਂਗ ਅਸਮਾਨ ਵਿੱਚ ਉਡਾਰੀਆਂ ਮਾਰਨ ਲੱਗ ਪਵਾਂਗਾ। ਤੇ ਇਹਨੂੰ ਅਖੀਰ ਦੇ ਉੱਤੇ ਸਤਿਗੁਰਾਂ ਨੇ ਕਿਹਾ ਹੈ ਕਿ ਕੂੜੀ ਕੂੜਾ ਠੀਸ। ਇਹ ਝੂਠਿਆਂ ਦੀਆਂ ਝੂਠੀਆਂ ਗੱਲਾਂ ਤਾਂ ਹੋ ਸਕਦੀਆਂ ਹਨ ਕਿ ਮੈਂ ਇਸ ਤਰ੍ਹਾਂ ਕਰ ਲਿਆ ਤੇ ਮੈਂ ਵੀ ਪ੍ਰਭੂ ਦੀ ਪ੍ਰਾਪਤੀ ਕਰ ਲਈ ਹੈ ਜਾਂ ਕਰ ਲਵਾਂਗਾ, ਪਰ ਸਤਿਗੁਰੂ ਜੀ ਕਹਿੰਦੇ ਹਨ ਕਿ ਪ੍ਰਭੂ ਦੀ ਪ੍ਰਾਪਤੀ ਦੇ ਦੋ ਹੀ ਸਾਧਨ ਹਨ, ਉਸ ਅਕਾਲ ਪੁਰਖ ਦੀ ਮਿਹਰ ਨੂੰ ਪ੍ਰਾਪਤ ਕਰਨਾ, ਉਹਦੇ ਪਾਤਰ ਬਣਨਾ, ਐਸਾ ਜੀਵਨ ਬਣਾਉਣਾ ਕਿ ਉਹਦੀ ਨਜ਼ਰ ਦੇ ਪਾਤਰ ਬਣ ਜਾਈਏ। ਤੇ ਜਦੋਂ ਉਸ ਅਕਾਲ ਪੁਰਖ ਦੀ ਮਿਹਰ ਦੀ ਪ੍ਰਾਪਤੀ ਹੋ ਜਾਂਦੀ ਹੈ ਤੇ ਉਸ ਅਕਾਲ ਪੁਰਖ ਦੇ ਨਾਲ ਇੱਕ ਰੂਪ ਹੋ ਕੇ ਉਸ ਅਕਾਲ ਪੁਰਖ ਦੇ ਨਾਲ ਜੁੜਨਾ।
ਇਹ ਹੱਠ ਦਾ ਕੰਮ ਨਹੀਂ ਹੈ ਕਿ ਅਸੀਂ ਹੱਠੀ ਬਣ ਕੇ ਉਹਨਾਂ ਦੀ ਨਕਲ ਕਰ ਲਈਏ ਜਿਹੜੇ ਵਿਸਮਾਦ ਦੇ ਵਿੱਚ ਹਨ। ਇਸੇ ਚੀਜ਼ ਨੂੰ ਹੀ ਸਤਿਗੁਰਾਂ ਨੇ ਕੂੜੀ ਕੂੜਾ ਠੀਸ ਕਿਹਾ ਹੈ, ਔਰ ਹੱਠ ਦੀ ਸਤਿਗੁਰੂ ਜੀ ਨੇ ਇੱਥੇ ਇਨਡਾਇਰੈਕਟਲੀ ਸਾਡੇ ਸਾਹਮਣੇ ਨਿਖੇਧੀ ਕਰ ਦਿੱਤੀ ਹੈ। ਕਿਉਂਕਿ ਹੱਠ ਤਾਂ ਉਹ ਕੰਮ ਹੈ ਕਿ ਜਦੋਂ ਅਸੀਂ ਆਪਣੇ ਜ਼ੋਰ ਦੇ ਨਾਲ ਕੁਝ ਕਰਨਾ ਚਾਹੁੰਦੇ ਹਾਂ, ਪਰ ਸਤਿਗੁਰੂ ਜੀ ਤੇ ਕਹਿ ਰਹੇ ਹਨ ਕਿ ਸਾਡੇ ਤਾਂ ਵੱਸ ਵਿੱਚ ਕੁਝ ਹੈ ਹੀ ਨਹੀਂ। ਹੁਣ ਅਗਲੀ ਪੌੜੀ ਵਿੱਚ ਸਤਿਗੁਰੂ ਜੀ ਸਾਨੂੰ ਇਹੀ ਸਮਝਾ ਰਹੇ ਹਨ ਕਿ ਸਾਡੇ ਵੱਸ ਜਾਂ ਜ਼ੋਰ ਦੇ ਵਿੱਚ ਤਾਂ ਕੁਝ ਹੈ ਹੀ ਨਹੀਂ। ਜੇ ਸਾਡੇ ਵੱਸ ਵਿੱਚ ਹੀ ਕੁਝ ਨਹੀਂ, ਸਭ ਉਹੀ ਵਰਤਣਾ ਹੈ ਜੋ ਅਕਾਲ ਪੁਰਖ ਦੀ ਜੋ ਰਜ਼ਾ ਹੈ, ਤਾਂ ਫਿਰ ਸਾਡੇ ਹੱਠ ਦੀ ਜਗ੍ਹਾ ਹੀ ਕਿੱਥੇ ਰਹਿ ਜਾਂਦੀ ਹੈ। ਕਿਉਂਕਿ ਹੱਠ ਤਾਂ ਕਰਮ ਕਾਂਡ ਹੈ। ਕਰਮ ਕਾਂਡ ਕਹਿੰਦਾ ਹੈ ਕਿ ਅਸੀਂ ਉਹ ਕੰਮ ਕਰਨੇ ਹਨ ਕਿ ਰੱਬ ਨੂੰ ਵੀ ਆਪਣੀ ਮਰਜ਼ੀ ਦਾ ਕੰਮ ਕਰਨ ਤੇ ਮਜਬੂਰ ਕਰ ਦੇਣਾ ਹੈ। ਤੇ ਇੱਥੇ ਤਾਂ ਸਤਿਗੁਰੂ ਜੀ ਕਹਿੰਦੇ ਹਨ ਕਿ ਨਹੀਂ, ਆਓ ਇੱਕ ਵਾਰੀ ਇਸ ਪੌੜੀ ਦਾ ਵੀ ਪਾਠ ਕਰ ਲਈਏ। ਆਖਣ ਜ਼ੋਰ ਚੁਪੈ ਨਹ ਜੋਰ, ਜ਼ੋਰ ਨ ਮੰਗਣ ਦੇਣ ਨ ਜ਼ੋਰ, ਜ਼ੋਰ ਨ ਜੀਵਨ ਮਰਨ ਨਹ ਜੋਰ, ਜ਼ੋਰ ਨ ਰਾਜ ਮਾਲ ਮਨ ਸੋਰ, ਜ਼ੋਰ ਨ ਸੁਰਤੀ ਗਿਆਨ ਵਿਚਾਰ, ਜ਼ੋਰ ਨ ਜੁਗਤੀ ਛੁਟੈ ਸੰਸਾਰ। ਜਿਸ ਹੱਥ ਜ਼ੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ। ਸਤਿਗੁਰੂ ਜੀ ਨੇ ਇੱਥੇ ਸਾਰੀਆਂ ਗੱਲਾਂ ਦਾ ਜ਼ਿਕਰ ਕਰਕੇ ਸਾਨੂੰ ਸਮਝਾ ਦਿੱਤਾ ਕਿ ਜ਼ੋਰ ਦੇ ਨਾਲ ਅਸੀਂ ਕੁਝ ਵੀ ਪ੍ਰਾਪਤ ਨਹੀਂ ਕਰ ਸਕਦੇ। ਚਾਹੇ ਉਹ ਬੋਲਣਾ ਹੈ, ਚੁੱਪ ਰਹਿਣਾ ਹੈ, ਮੰਗਣਾ ਹੈ, ਦੇਣਾ ਹੈ, ਜਿਉਣਾ ਹੈ, ਮਰਨਾ ਹੈ, ਇਸ ਜਗਤ ਦੀਆਂ ਪ੍ਰਾਪਤੀਆਂ ਹਨ ਜਾਂ ਧਾਰਮਿਕ ਖੇਤਰ ਦੀਆਂ ਪ੍ਰਾਪਤੀਆਂ ਹਨ, ਸੁਰਤ ਦੀਆਂ ਪ੍ਰਾਪਤੀਆਂ ਹਨ ਜਾਂ ਗਿਆਨ ਦੀਆਂ ਹਨ। ਨਾ ਜੁਗਤੀਆਂ ਤੇ ਨਾ ਹੀ ਸੰਸਾਰ ਦੇ ਵਿੱਚੋਂ ਤੁਰ ਜਾਣ ਨੂੰ, ਤਿਆਗ ਕਰਨ ਨੂੰ, ਇਹਦੇ ਵਿੱਚ ਵੀ ਸਾਡਾ ਕਿਤੇ ਜ਼ੋਰ ਹੈ। ਸਾਡਾ ਕਿਤੇ ਵੀ ਜ਼ੋਰ ਨਹੀਂ। ਤੇ ਸਤਿਗੁਰੂ ਜੀ ਕਹਿੰਦੇ ਹਨ ਜ਼ੋਰ ਕਿਹਦੇ ਹੱਥ ਵਿੱਚ ਹੈ? ਕੇਵਲ ਇੱਕੋ ਦੇ ਹੱਥ ਵਿੱਚ ਹੈ। ਜਿਹਦੇ ਹੱਥ ਦੇ ਵਿੱਚ ਉਹ ਜ਼ੋਰ ਹੈ, ਉਹ ਆਪ ਹੀ ਸਾਨੂੰ ਬਣਾ ਕੇ ਸਾਡੀ ਸੰਭਾਲ ਕਰ ਰਿਹਾ ਹੈ। ਅਖੀਰ ਦੇ ਵਿੱਚ ਸਤਿਗੁਰੂ ਜੀ ਜਿਹੜੀ ਸਾਨੂੰ ਗੱਲ ਸਮਝਾ ਰਹੇ ਹਨ, ਉਹ ਬੜੀ ਇੰਪੋਰਟੈਂਟ ਹੈ ਕਿ ਨਾਨਕ ਉੱਤਮ ਨੀਚ ਨਾ ਕੋਈ। ਹੁਣ ਇੱਥੇ ਜਗਤ ਦੇ ਵਿੱਚ ਅਸੀਂ ਲੋਕਾਂ ਨੂੰ, ਜੀਵਾਂ ਨੂੰ ਦੋ ਕਲਾਸਾਂ ਦੇ ਵਿੱਚ ਵੰਡ ਛੱਡਦੇ ਹਾਂ। ਇਹ ਚੰਗਾ ਬੰਦਾ ਹੈ, ਇਹ ਮੰਦਾ ਬੰਦਾ ਹੈ। ਹੁਣ ਕੋਈ ਚੰਗਾ ਬੰਦਾ ਤੇ ਤਾਂ ਹੋਵੇ ਜੇ ਕੋਈ ਚੰਗਾ ਬਣਿਆ ਹੋਵੇ, ਤੇ ਮੰਦਾ ਬੰਦਾ ਜਾਂ ਨੀਚ ਤਾਂ ਹੋਵੇ ਜੇ ਉਹ ਆਪ ਬਣਿਆ ਹੋਵੇ, ਉਹਨੂੰ ਨੀਚ ਬਣਨਾ ਚੰਗਾ ਲੱਗਦਾ ਹੋਵੇ। ਪਰ ਜੇ ਹੈ ਹੀ ਸਾਡੇ ਵਾਸਤੇ ਚ ਕੁਝ ਨਹੀਂ, ਸਾਡਾ ਜ਼ੋਰ ਹੀ ਕੁਝ ਨਹੀਂ, ਇਹ ਸਭ ਅਕਾਲ ਪੁਰਖ ਦੀ ਰਜ਼ਾ ਦੇ ਵਿੱਚ, ਉਹਦੇ ਹੁਕਮ ਦੇ ਵਿੱਚ ਹੀ ਵਰਤ ਰਿਹਾ ਹੈ, ਤਾਂ ਫਿਰ ਸਤਿਗੁਰੂ ਕਿ ਜਿਸ ਤਰ੍ਹਾਂ ਦਾ ਅਕਾਲ ਪੁਰਖ ਨੇ ਆਪਣੀ ਮਿਹਰ, ਆਪਣੇ ਹੁਕਮ, ਆਪਣੀ ਰਜ਼ਾ ਦੇ ਵਿੱਚ ਜਿਸ ਨੂੰ ਜਿਸ ਕਿਸਮ ਦੇ ਕਰਮ ਦਿੱਤੇ ਹਨ, ਜਿਸ ਤਰ੍ਹਾਂ ਦੀ ਮਿਹਰ ਹੈ, ਉਸ ਮੁਤਾਬਕ ਉਹ ਜੀਵਨ ਜੀ ਰਿਹਾ ਹੈ। ਅਸੀਂ ਅੱਗੇ ਵੀ ਪਿੱਛੇ ਪੜ੍ਹਿਆ ਸੀ, ਸਤਿਗੁਰਾਂ ਨੇ ਇੱਕ ਬੜਾ ਸੋਹਣਾ ਉਪਦੇਸ਼ ਸਾਨੂੰ ਦਿੱਤਾ ਸੀ ਕਿ ਕੇਤਿਆਂ ਦੁੱਖ ਭੂਖ ਸਦ ਮਾਰ, ਇਹ ਵੀ ਦਾਤ ਤੇਰੀ ਦਾਤਾ। ਵੀ ਜਿਸ ਤਰ੍ਹਾਂ ਜਿਹਨੂੰ ਅਸੀਂ ਸੁੱਖ ਦੁੱਖ ਦੇ ਵਿੱਚ ਵੰਡ ਦਿੰਦੇ ਹਾਂ, ਤੇ ਸਤਿਗੁਰੂ ਕਹਿੰਦੇ ਹਨ ਕਿ ਨਹੀਂ, ਉਹ ਵੀ ਸਭ ਕੁਝ ਉਹਦੀ ਦਾਤ ਹੀ ਹੈ। ਇਸੇ ਤਰ੍ਹਾਂ ਉੱਤਮ ਹੋਣਾ ਵੀ ਉਹਦੀ ਦਾਤ ਹੈ, ਤੇ ਨੀਚ ਹੋਣਾ ਵੀ ਉਹਦੀ ਦਾਤ। ਔਰ ਜੋ ਅਕਾਲ ਪੁਰਖ ਨੇ ਕਿਸੇ ਨੂੰ ਉੱਤਮ ਬਣਾਇਆ ਹੈ ਜਾਂ ਨੀਚ ਬਣਾਇਆ ਹੈ, ਗੁਰਮੁਖ ਬਣਾਇਆ ਹੈ, ਮਨਮੁਖ ਬਣਾਇਆ ਹੈ, ਉਹਦੇ ਕੀਤੇ ਕਰਮਾਂ ਦੇ ਮੁਤਾਬਕ ਸਤਿਗੁਰੂ ਨੇ ਮਿਹਰ ਕੀਤੀ ਹੈ, ਔਰ ਉਹਦੇ ਭਲੇ ਦੇ ਮੁਤਾਬਕ ਹੀ ਕੀਤੀ ਹੈ। ਜਿਹਨੂੰ ਦੁੱਖ ਭੂਖ ਸਦ ਮਾਰ ਹੈ, ਉਹ ਵੀ ਦਾਤ ਹੈ। ਇਸੇ ਤਰ੍ਹਾਂ ਹੀ ਉੱਤਮ ਤੇ ਨੀਚ ਦੀ ਗੱਲ ਵੀ ਸਤਿਗੁਰੂ ਜੀ ਕਹਿੰਦੇ ਹਨ ਕਿ ਅਸੀਂ ਉੱਤਮ ਤੇ ਨੀਚ ਦਾ ਫਰਕ ਨਹੀਂ ਕਰ ਸਕਦੇ। ਅਸੀਂ ਇਹ ਫੈਸਲਾ ਨਹੀਂ ਕਰ ਸਕਦੇ ਕਿ ਕੌਣ ਉੱਤਮ ਹੈ, ਕੌਣ ਨੀਚ ਹੈ। ਔਰ ਜਿਸ ਨੂੰ ਇਹ ਅਕਾਲ ਪੁਰਖ ਦੀ ਜਿਸ ਹੱਥ ਜ਼ੋਰ ਕਰ ਵੇਖੈ ਸੋਏ, ਇਸ ਗੱਲ ਦੀ ਸਮਝ ਲੱਗ ਗਈ, ਉਹ ਕਿਸੇ ਨੂੰ ਨੀਚ ਨਹੀਂ ਕਹਿ ਸਕਦਾ। ਕੋਈ ਦੁਰਾਚਾਰੀ ਵੀ ਨੀਚ ਨਹੀਂ ਹੈ, ਤੇ ਕੋਈ ਸਦਾਚਾਰੀ ਵੀ ਉੱਤਮ ਨਹੀਂ ਹੈ। ਦੋਵਾਂ ਦੇ ਅੰਦਰ ਪ੍ਰਭੂ ਵਸਦਾ ਹੈ। ਜੋ ਸਾਡਾ ਵਿਵਹਾਰ ਉੱਤਮ ਦੇ ਨਾਲ ਹੈ, ਉਹ ਨੀਚ ਦੇ ਨਾਲ ਵੀ ਹੋਣਾ ਜ਼ਰੂਰੀ ਹੈ, ਕਿਉਂਕਿ ਇਹਨਾਂ ਜਨਤਾ ਕੇ ਵਸ ਕਿਛ ਨਹੀਂ। ਸਤਿਗੁਰੂ ਹੋਰ ਥਾਵਾਂ ਤੇ ਵੀ ਸਾਨੂੰ ਇਹ ਸਮਝਾਉਂਦੇ ਹਨ ਕਿ ਇਹ ਜੋ ਕੁਝ ਹੋ ਰਿਹਾ ਹੈ, ਸਭ ਕੁਝ ਉਹਦੇ ਹੁਕਮ ਦੇ ਵਿੱਚ ਹੋ ਰਿਹਾ ਹੈ।
ਤਾਂ ਫਿਰ ਮੈਂ ਕਿਸੇ ਨੂੰ ਉੱਚਾ ਕਿਵੇਂ ਸਮਝਾਂ, ਮੈਂ ਕਿਸੇ ਨੂੰ ਨੀਵਾਂ ਕਿਵੇਂ ਸਮਝਾਂ, ਮੈਂ ਇਹਨਾਂ 'ਚ ਫ਼ਰਕ ਕਿਵੇਂ ਕਰਾਂ? ਦੋਵਾਂ ਦੇ ਅੰਦਰ ਅਕਾਲ ਪੁਰਖ ਬੈਠਾ ਹੈ, ਉਹਦੇ ਹੁਕਮ ਦੇ ਮੁਤਾਬਕ ਦੋਵੇਂ ਕਰਮ ਕਰ ਰਹੇ ਹਨ। ਆਪਣੀ ਮਰਜ਼ੀ ਨਾਲ ਤਾਂ ਕੋਈ ਚੰਗਾ ਕਰਮ ਜਾਂ ਮਾੜਾ ਕਰਮ ਨਹੀਂ ਕਰ ਰਿਹਾ। ਉਹਦੇ ਹੁਕਮ ਦੇ ਵਿੱਚ ਜੋ ਉਹਦਾ ਵਿਧਾਨ ਹੈ, ਉਹਦੇ ਵਿੱਚ ਚੱਲ ਕੇ ਅਸੀਂ ਚੰਗੇ ਕਰਮ, ਮਾੜੇ ਕਰਮ ਕਰ ਰਹੇ ਹਾਂ। ਤੇ ਉੱਤਮ ਨੀਚ ਨਾ ਕੋਏ, ਜਿਹਦੇ ਉੱਤੇ ਅਕਾਲ ਪੁਰਖ ਦੀ ਕਿਰਪਾ ਹੈ, ਜਿਹਨੂੰ ਇਸ ਗੱਲ ਦੀ ਸਮਝ ਲੱਗ ਗਈ ਹੈ ਕਿ ਇਸ ਜਗਤ ਦੇ ਵਿੱਚ ਉਸ ਕੇਵਲ ਉਸ ਅਕਾਲ ਪੁਰਖ ਦਾ ਹੁਕਮ ਹੀ ਵਰਤ ਰਿਹਾ ਹੈ, ਉਹਦੇ ਵਾਸਤੇ ਫਿਰ ਇਹ ਇੱਕ ਜੀਵਨ ਦਾ ਜੋ ਕਹਿੰਦੇ ਹਨ ਕਿ ਮੋਟੋ ਬਣ ਜਾਂਦਾ ਹੈ। ਇਸ ਜੀਵਨ ਦੀ ਇੱਕ ਗਾਈਡਿੰਗ ਪ੍ਰਿੰਸੀਪਲ ਬਣ ਜਾਂਦਾ ਹੈ ਕਿ ਨਾਨਕ ਉੱਤਮ ਨੀਚ ਨਾ ਕੋਏ। ਤਾਂ ਉਹ ਫਿਰ ਕਿਸੇ ਦੇ ਵਿੱਚ ਫਰਕ ਨਹੀਂ ਕਰਦਾ। ਇਹੀ ਨਿਸ਼ਾਨੀ ਹੈ ਉਸ ਦੀ ਮਿਹਰ ਹੋਣ ਦੀ, ਉਹਦੀ ਨਦਰ ਹੋਣ ਦੀ, ਉਹਦੇ ਹੁਕਮ ਦੇ ਵਿੱਚ ਆਉਣ। ਸਮਾਂ ਕਾਫੀ ਜ਼ਿਆਦਾ ਲੱਗ ਗਿਆ ਹੈ ਜੀ। ਮੈਂ ਆਪ ਜੀ ਸਾਰਿਆਂ ਤੋਂ ਖਿਮਾ ਮੰਗਦਾ ਹਾਂ। ਬਹੁਤ ਸਾਰੀਆਂ ਗਲਤੀਆਂ ਵੀ ਹੋਈਆਂ ਹੋਣਗੀਆਂ, ਆਪ ਖਿਮਾ ਕਰ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ